ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਬਾਣੀ ਟੀਵੀ ਦੇ ਵਿੱਚ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਇਸ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਨੂੰ ਪਾਰਟ 2 ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪਾਰਟ 1 ਦੇ ਵਿੱਚ ਅਸੀਂ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਨੂੰ ਜਨਮ ਤੋਂ ਲੈ ਕੇ ਤੇ ਵਲਾਇਤ ਤੱਕ ਜਾਣ ਦੇ ਸਫ਼ਰ ਨੂੰ ਵਿਚਾਰਿਆ ਸੀ। ਉਹਦੇ ਵਿੱਚ ਅਸੀਂ ਸੁਣਿਆ ਸੀ ਕਿ ਮਹਾਰਾਜਾ ਦਲੀਪ ਸਿੰਘ ਜੀ ਕਿਵੇਂ ਆਪਣੀ ਮਾਤਾ ਜੀ ਨਾਲੋਂ ਵਿਛੜ ਗਏ, ਫਿਰ ਕਿਵੇਂ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੀ ਮਾਂ ਬੋਲੀ ਪੰਜਾਬੀ ਨਾਲੋਂ ਦੂਰ ਕੀਤਾ ਜਾਂਦਾ ਰਿਹਾ। ਫਿਰ ਹੁਣ ਤੀਜੀ ਜੋ ਉਹਨਾਂ ਦੀ ਮਾਂ ਧਰਤੀ ਸੀ, ਜਨਮ ਭੂਮੀ ਸੀ ਪੰਜਾਬ, ਉਹਦੇ ਤੋਂ ਕਿਵੇਂ ਦੂਰ ਕੀਤਾ ਗਿਆ ਔਰ ਵਲਾਇਤ ਵੱਲ ਭੇਜ ਦਿੱਤਾ ਗਿਆ। ਸੋ ਇਸ ਵੀਡੀਓ ਵਿੱਚ ਅੱਜ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। 19 ਅਪ੍ਰੈਲ 1854 ਨੂੰ ਮਹਾਰਾਜਾ ਦਲੀਪ ਸਿੰਘ ਵਲਾਇਤ ਜਾਣ ਵਾਸਤੇ ਕਲਕੱਤੇ ਤੋਂ ਜਹਾਜ਼ ਤੇ ਚੜ੍ਹਿਆ। ਬੰਗਾਲ ਸਮੁੰਦਰ ਨੂੰ ਚੀਰਦਾ ਹੋਇਆ ਜਹਾਜ਼ ਇੱਕ ਪਾਸੇ ਹਿੰਦ ਤੇ ਇੱਕ ਪਾਸੇ ਕਾਲੇ ਪਾਣੀਆਂ ਦੇ ਟਾਪੂ ਛੱਡੀ ਜਾ ਰਿਹਾ ਸੀ। ਇਸ ਸਫ਼ਰ ਵਿੱਚ ਕੋਈ ਖਾਸ ਘਟਨਾ ਨਹੀਂ ਹੋਈ। ਅਦਨ ਆਦ ਰਾਹ ਦੀਆਂ ਥਾਵਾਂ ਉੱਤੇ ਮਹਾਰਾਜੇ ਨੂੰ 21 ਤੋਪਾਂ ਦੀ ਸਲਾਮੀ ਹੁੰਦੀ ਰਹੀ। ਮਿਸਰ ਵਿੱਚ ਮਹਾਰਾਜੇ ਦੇ ਸੈਰ ਦਾ ਪ੍ਰਬੰਧ ਹੋਇਆ ਸੀ। ਇੱਥੇ ਸਿਕੰਦਰੀਆ ਤੇ ਕਾਹਿਰਾ ਦੋਹਾਂ ਸ਼ਹਿਰਾਂ ਦੀ ਸੈਰ ਕੀਤੀ। ਕਾਹਿਰਾ ਵਿੱਚ ਅਮਰੀਕਨ ਮਿਸ਼ਨ ਸਕੂਲ ਵੇਖਿਆ, ਜਿਸ ਵਿੱਚ ਯਤੀਮ ਲੜਕੀਆਂ ਨੂੰ ਈਸਾਈ ਧਰਮ ਦੀ ਵਿੱਦਿਆ ਪੜ੍ਹਾਈ ਜਾਂਦੀ ਸੀ। ਫਿਰ ਮਿਸਰ ਦੇ ਮਸ਼ਹੂਰ ਮੁਨਾਰੇ ਵੇਖੇ। ਇੱਥੇ ਇਹ ਸੁਣ ਕੇ ਕਿ ਇਹ ਹਿੰਦੁਸਤਾਨੀ ਸ਼ਹਿਜ਼ਾਦਾ ਹੈ, ਮੰਗਤਿਆਂ ਦੀ ਭੀੜ ਉਦਾਲੇ ਆ ਹੋਈ, ਜਿਨ੍ਹਾਂ ਨੂੰ ਮਹਾਰਾਜੇ ਨੇ ਲੋੜ ਅਨੁਸਾਰ ਦਾਨ ਦਿੱਤਾ। ਫਿਰ ਮਾਲਟਾ ਵੇਖਿਆ। ਇੱਥੇ ਵੀ ਸਿਕੰਦਰੀਆ ਵਾਂਗ 21 ਤੋਪਾਂ ਦੀ ਸਲਾਮੀ ਹੋਈ ਤੇ ਜਬਰਾਲਟਰ ਵਿੱਚ ਸ਼ਾਹੀ ਸਲਾਮੀ ਤਾਂ ਹੋਈ, ਪਰ ਮਹਾਰਾਜਾ ਜਹਾਜ਼ੋਂ ਨਹੀਂ ਉਤਰਿਆ। 1854 ਦੇ ਜੂਨ ਦੇ ਮਹੀਨੇ ਦੇ ਅੱਧਾ ਬੀਤਣ ਤੱਕ ਮਹਾਰਾਜਾ ਲੰਡਨ ਪਹੁੰਚ ਗਿਆ। ਮਹਾਰਾਜੇ ਦੇ ਵਲਾਇਤ ਵਿੱਚ ਰਹਿਣ ਵਾਸਤੇ ਕੋਰਟ ਆਫ ਡਾਇਰੈਕਟਰਸ ਉਚੇਚਾ ਮਕਾਨ ਬਣਵਾ ਰਿਹਾ ਸੀ। ਉਹ ਅਜੇ ਤਿਆਰ ਨਹੀਂ ਸੀ ਹੋਇਆ। ਇਸ ਵਾਸਤੇ ਮਹਾਰਾਜੇ ਨੂੰ ਮੇਵਾਟ ਦੇ ਕੈਲਰੀਜ਼ ਹੋਟਲ ਵਿੱਚ ਠਹਿਰਾਣਾ ਪਿਆ। ਵਲਾਇਤ ਦੇ ਵੱਡੇ ਵੱਡੇ ਆਦਮੀ ਮਹਾਰਾਜੇ ਨੂੰ ਮਿਲੇ। ਉਸ ਦਾ ਸੁੰਦਰ ਰੂਪ ਤੇ ਮਿਲਣਸਾਰ ਸੁਭਾਅ ਵੇਖ ਕੇ ਸਭ ਬੜੇ ਖੁਸ਼ ਹੋਏ। ਮਹਾਰਾਜਾ ਇੱਥੇ ਵੀ ਦੇਸੀ ਲਿਬਾਸ ਪਹਿਨਦਾ ਸੀ। ਈਸਾਈ ਹੋ ਕੇ ਵਲਾਇਤ ਵਿੱਚ ਜਾ ਕੇ ਵੀ ਉਸਨੇ ਆਪਣੀ ਪੰਜਾਬੀ ਪੁਸ਼ਾਕ ਨਹੀਂ ਛੱਡੀ। ਉਹ ਰੇਸ਼ਮੀ ਕੁੜਤਾ ਤੇ ਉੱਪਰ ਸੁਨਹਿਰੀ ਕੰਮ ਵਾਲਾ ਕੋਟ ਪਹਿਨਦਾ ਸੀ। ਸਿੱਖਾਂ ਵਰਗੀ ਪੱਗ ਦੇ ਉੱਤੇ ਹੀਰਿਆਂ ਜੜੀ ਕਲਗੀ ਲਾਉਂਦਾ ਸੀ। ਗਲ ਵਿੱਚ ਹੀਰਿਆਂ ਦੇ ਮੋਤੀਆਂ ਦੀ ਤਿਲੜੀ ਮਾਲਾ ਪਾਉਂਦਾ ਸੀ। ਮਹਾਰਾਜਾ ਕੇਸ ਕਟਾ ਕੇ ਈਸਾਈ ਬਣ ਕੇ ਵੀ ਕਲਗੀ ਵਾਲੀ ਪੱਗ ਹੀ ਬਣਦਾ ਰਿਹਾ ਸੀ। ਤੇ ਦੂਜੀ ਸਿਫਤ, ਬਚਪਨ ਤੋਂ ਹੀ ਈਸਾਈਆਂ ਵਿੱਚ ਰਹਿੰਦਾ ਹੋਇਆ ਤੇ ਯੂਰਪ ਦੇ ਮੁਲਕਾਂ ਵਿੱਚ 40 ਵਰ੍ਹੇ ਉਮਰ ਕੱਟ ਕੇ ਵੀ ਉਹ ਸ਼ਰਾਬ ਤੋਂ ਬਚਿਆ ਰਿਹਾ। ਲੇਡੀ ਲਾਗਨ ਮੰਨਦੀ ਹੈ ਕਿ ਉਸਨੇ ਉਮਰ ਪਰ ਸ਼ਰਾਬ ਕਦੇ ਨਹੀਂ ਸੀ ਪੀਤੀ। ਖਾਣੇ ਵਿੱਚੋਂ ਵਿਦੇਸ਼ੀ ਨਾਲੋਂ ਦੇਸੀ ਚੀਜ਼ਾਂ ਵਧੇਰੇ ਪਸੰਦ ਕਰਦਾ ਸੀ। ਦਲੀਪ ਸਿੰਘ 2 ਸਾਲ ਵਾਸਤੇ ਵਲਾਇਤ ਗਿਆ ਸੀ। ਸਮਾਂ ਪੂਰਾ ਹੋਣ ਪਿੱਛੋਂ ਉਸਨੇ ਹਿੰਦੁਸਤਾਨ ਮੁੜਨ ਦੀ ਆਗਿਆ ਮੰਗੀ, ਪਰ ਸਿਰਫ ਯੂਰਪ ਦੇ ਕੁਝ ਮੁਲਕਾਂ ਦੀ ਸੈਰ ਕਰਨ ਦੀ ਆਗਿਆ ਮਿਲੀ। ਦਸੰਬਰ 1856 ਵਿੱਚ ਇੰਗਲੈਂਡ ਤੋਂ ਮਹਾਰਾਜਾ ਤੁਰਿਆ। ਉਸ ਦੇ ਨਾਲ ਲਾਗਨ, ਲੇਡੀ ਲਾਗਨ ਤੇ ਮਹਾਰਾਜੇ ਦਾ ਦੋਸਤ ਰੋਨਾਲਡ ਲੈਜ਼ਲੀ ਮੈਲਵਿਲ ਸੀ। ਇਹ ਫੈਸਲਾ ਸੀ ਕਿ ਮਹਾਰਾਜਾ ਗੁਪਤ ਤੌਰ ਉੱਤੇ ਮਿਸਟਰ ਲਾਗਨ ਨਾਮ ਰੱਖ ਕੇ ਸਫ਼ਰ ਕਰੇ। ਮਹਾਰਾਜਾ ਦਲੀਪ ਸਿੰਘ ਜੀ ਨੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਸੈਰ ਕੀਤੀ, ਜਿਵੇਂ ਕਿ ਇਟਲੀ ਵਿੱਚ ਉਹ ਰੋਮ ਵਿੱਚ ਗਏ, ਪੋਪ ਦੇ ਖੰਡਰ ਵੇਖੇ। ਮਹਾਰਾਜਾ ਦਲੀਪ ਸਿੰਘ ਜੀ ਨੂੰ ਵਲਾਇਤ ਵਿੱਚ ਕਾਲਾ ਸਹਿਜ਼ਾਦਾ, ਬਲੈਕ ਪ੍ਰਿੰਸ ਕਹਿੰਦੇ ਸਨ। ਇੱਕ ਓਪਰਾ ਆਦਮੀ ਇਹ ਵੇਖਣ ਆਇਆ ਕਿ ਉਹ ਵੇਖ ਕੇ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਸਹਿਜ਼ਾਦਾ ਕਾਲਾ ਨਹੀਂ ਹੈ, ਲੋਕ ਤੇ ਐਵੇਂ ਕਹਿੰਦੇ ਨੇ। ਦਸੰਬਰ 1860 ਵਿੱਚ ਮਹਾਰਾਜੇ ਨੇ ਹਿੰਦੁਸਤਾਨ ਜਾਣ ਦਾ ਬੰਦੋਬਸਤ ਕਰ ਲਿਆ। ਜਾਣ ਦੇ 2 ਕਾਰਨ ਸਨ, ਇੱਕ ਸ਼ੇਰ ਦਾ ਸ਼ਿਕਾਰ ਕਰਨਾ ਤੇ ਦੂਜਾ ਮਹਾਰਾਣੀ ਦਾ ਸਰਕਾਰੀ ਇਲਾਕੇ ਵਿੱਚ ਰਹਿਣ ਦਾ ਪ੍ਰਬੰਧ ਕਰਨਾ। ਇਸ ਵੇਲੇ ਮਹਾਰਾਜਾ ਆਪਣੀ ਮਾਂ ਨੂੰ ਮਿਲਣ ਵਾਸਤੇ ਬੇਬਲ ਹੋਇਆ ਸੀ। ਉਹ ਪੰਜਾਬ ਵਿੱਚ ਜਾ ਕੇ ਆਪਣੀ ਜਨਮ ਭੂਮੀ ਤੇ ਲਾਹੌਰ ਤੇ ਗੁਰੂ ਰਾਮਦਾਸ ਦਾ ਪਵਿੱਤਰ ਸਥਾਨ ਸ੍ਰੀ ਅੰਮ੍ਰਿਤਸਰ ਵੀ ਵੇਖਣਾ ਚਾਹੁੰਦਾ ਸੀ, ਜਿਨ੍ਹਾਂ ਦਾ ਜ਼ਿਕਰ ਉਹ ਕਿਤਾਬਾਂ ਵਿੱਚ ਪੜ੍ਹਦਾ ਸੀ। ਗਵਰਨਰ ਜਨਰਲ ਦੀ ਚਿੱਠੀ ਪੁੱਜੀ, ਮਹਾਰਾਜਾ ਹਿੰਦੁਸਤਾਨ ਵਿੱਚ ਆ ਸਕਦਾ ਹੈ ਪਰ ਪੰਜਾਬ ਵਿੱਚ ਨਹੀਂ ਜਾ ਸਕਦਾ।
ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ ਜੋ ਹੁਣ ਅੱਖਾਂ ਤੋਂ ਅੰਨੀ ਹੋ ਚੁੱਕੀ ਹੈ। ਮਹਾਰਾਜਾ ਜਨਵਰੀ ਦੇ ਅਖੀਰ 1861 ਵਿੱਚ ਕਲਕੱਤੇ ਪੁੱਜਾ। ਜਹਾਜ਼ੋਂ ਉਤਰਨ ਤੇ 21 ਤੋਪਾਂ ਦੀ ਸਲਾਮੀ ਹੋਈ। ਕਲਕੱਤੇ ਵਿੱਚੋਂ ਸਪੈਨਿਸ਼ ਹੋਟਲ ਵਿੱਚ ਉਤਰਿਆ। ਜਨਵਰੀ 1861 ਨੂੰ ਲਾਗਨ ਨੇ ਆਪਣੇ ਨਾਂ ਦਾ ਇੱਕ ਹੋਰ ਮੁਖਤਾਰਨਾਮਾ ਬਣਾ ਕੇ ਮਹਾਰਾਜੇ ਦੀ ਸ਼ਹੀ ਵਾਸਤੇ ਕਲਕੱਤੇ ਭੇਜਿਆ। ਮਹਾਰਾਜੇ ਨੇ ਸ਼ਹੀ ਪਾ ਦਿੱਤੀ, ਪਰ ਗੌਰਮੈਂਟ ਨੇ ਇਹ ਨਾ ਮਨਜ਼ੂਰ ਕਰ ਦਿੱਤਾ। ਦਲੀਪ ਸਿੰਘ ਦਾ ਕਲਕੱਤੇ ਆਉਣਾ ਸੁਣ ਕੇ ਉਸਦੇ ਬਹੁਤ ਸਾਰੇ ਪੁਰਾਣੇ ਦੇਸੀ ਨੌਕਰ ਉਦਾਲੇ ਆ ਇਕੱਠੇ ਹੋਏ ਤੇ ਰੰਗ ਦੇ ਸਵਾਲ ਪੁੱਛਣ ਲੱਗੇ। ਸ਼ਹਿਜ਼ਾਦਾ ਸ਼ਿਵਦੇਵ ਸਿੰਘ ਵੀ ਇੱਥੇ ਆ ਕੇ ਮਹਾਰਾਜੇ ਨੂੰ ਮਿਲਿਆ। ਦੋਵੇਂ ਚਾਚਾ ਭਤੀਜਾ ਚਿਰ ਪਿੱਛੋਂ ਵਿਛੜੇ ਮਿਲੇ। ਪਿੱਛੇ ਅਸੀਂ ਸੁਣ ਆਏ ਸੀ ਕਿ ਮਹਾਰਾਣੀ ਜਿੰਦ ਕੌਰ ਨੂੰ ਨੇਪਾਲ ਦਰਬਾਰ ਨੇ ਆਸਰਾ ਦਿੱਤਾ ਤੇ 20,000 ਰੁਪਏ ਸਾਲਾਨਾ ਪੈਨਸ਼ਨ ਲਾ ਦਿੱਤੀ। ਦੁਖੀਆ ਮਹਾਰਾਣੀ ਜਿੰਦ ਕੌਰ ਨੂੰ ਜਦੋਂ ਉਹਦੇ ਪੁੱਤਰ ਦਾ ਕਲਕੱਤੇ ਵਿੱਚ ਆਉਣਾ ਸੁਣਿਆ ਤਾਂ ਉਹ ਕਲਕੱਤੇ ਵੱਲ ਨੂੰ ਤੁਰ ਪਈ। ਉਹਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ ਤੇ ਹੌਲੀ ਪੈਂਡਾ ਤੈਅ ਕਰਦੀ ਮਹਾਰਾਣੀ ਜਿੰਦ ਕੌਰ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਕਲਕੱਤੇ ਵੱਲ ਵੱਧ ਰਹੀ ਸੀ। ਇਹੋ ਜਿਹੀਆਂ ਕਈ ਗਿਣਤੀਆਂ ਮਿੰਤੀਆਂ ਗਿਣਦੀ ਮਹਾਰਾਣੀ ਫਰਵਰੀ 1861 ਵਿੱਚ ਕਲਕੱਤੇ ਪੁੱਜੀ। ਬਹੁਤ ਲੰਬੇ ਸਮੇਂ ਤੋਂ ਵਿਛੜੇ ਮਾਤਾ ਪੁੱਤ ਦੋਵੇਂ ਮਿਲੇ। ਦੋਹਾਂ ਦੀਆਂ ਨੇਤਰਾਂ ਵਿੱਚੋਂ ਪਾਣੀ ਵਹਿ ਰਿਹਾ ਸੀ। ਮਹਾਰਾਣੀ ਜਿੰਦ ਕੌਰ ਨੂੰ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਮਿਲੇ, ਗਲਵੱਕੜੀ ਪਾ ਕੇ ਮਿਲੇ, ਤੇ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਗਲਵੱਕੜੀ ਵਿੱਚ ਮਹਾਰਾਣੀ ਜਿੰਦ ਕੌਰ ਜੀ ਨੇ ਲਿਆ, ਉਹ ਆਪਣੇ ਪੁੱਤ ਦੇ ਸਿਰ ਦੇ ਉੱਤੇ ਹੱਥ ਫੇਰਨ ਲੱਗੀ, ਪਰ ਸਿਰ ਤੇ ਕੇਸ ਨਹੀਂ ਸਨ। ਰੀਝਾਂ ਤੇ ਮੱਖਣਾਂ ਨਾਲ ਪਾਲੇ ਹੋਏ ਲੰਮੇ ਕੇਸਾਂ ਦਾ ਜੂੜਾ ਨਾ ਲੱਭਾ ਤਾਂ ਦੁਖੀਆਂ ਤਾਹਾਂ ਮਾਰ ਕੇ ਮਹਾਰਾਣੀ ਜਿੰਦ ਕੌਰ ਰੋਣ ਲੱਗ ਪਈ ਤੇ ਹਟਕੋਰੇ ਲੈਂਦੀ ਬੋਲੀ, ਹੈ ਬੁਰੀ ਤਕਦੀਰ, ਤੂੰ ਮੇਰਾ ਸਰਤਾਜ ਖੋਇਆ, ਮੇਰਾ ਰਾਜ ਭਾਗ ਖੋਇਆ, ਪਵਿੱਤਰ ਭੂਮੀ ਮੇਰਾ ਪੰਜਾਬ ਖੋ ਲਿਆ ਤੇ ਅੰਤ ਪ੍ਰਾਣਾ ਤੋਂ ਪਿਆਰੀ ਸਿੱਖੀ ਵੀ ਮੇਰੀ ਜੱਦ ਵਿੱਚੋਂ ਖੋ ਲਈ। ਤੂੰ ਇਹ ਵੀ ਨਾ ਦੇਖ ਸਕਿਓ ਅੱਜ ਮੇਰੇ ਬੰਸ ਦੀਆਂ ਰਗਾਂ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ। ਇਹ ਵਾਕ ਉਹਦਾ ਸੀਨਾ ਪਾੜ ਕੇ ਨਿਕਲ ਰਹੇ ਸਨ। ਉਹਦਾ ਸਾਰਾ ਸਰੀਰ ਥਰਥਰਾ ਰਿਹਾ ਸੀ। ਦਲੀਪ ਸਿੰਘ ਤੋਂ ਵੇਖ ਕੇ ਸਹਾਰਿਆ ਨਾ ਗਿਆ। ਉਹ ਮਾਂ ਦੇ ਚਰਨਾਂ ਤੇ ਡਿੱਗਾ ਤੇ ਪੁੱਬੀ ਰੋ ਰਿਹਾ ਸੀ। ਮਾਂ ਨੇ ਚੁੱਕ ਕੇ ਫਿਰ ਬੱਚੇ ਨੂੰ ਗਲ ਨਾਲ ਲਾ ਲਿਆ ਤੇ ਪੜਾਂਦੀ ਆਵਾਜ਼ ਵਿੱਚ ਦਲੀਪ ਸਿੰਘ ਬੋਲਿਆ, ਮਾਂ, ਮੈਂ ਤੇਰਾ ਉਜੜੀ ਦੁਨੀਆ ਫਿਰ ਨਹੀਂ ਵਸਾ ਸਕਦਾ, ਤੇਰਾ ਗੁਜ਼ਰਿਆ ਰਾਜ ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਫਿਰ ਪਰਤਾ ਲਿਆਵਾਂਗਾ। ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਾ ਪਾਉਣ। ਦਲੀਪ ਸਿੰਘ ਦੀ ਇੱਛਾ ਹਿੰਦੁਸਤਾਨ ਦੇ ਪਹਾੜਾਂ ਤੇ ਇਹ ਗਰਮੀਆਂ ਕੱਟਣ ਦੀ ਸੀ, ਪਰ ਜਿੰਦਾ ਨੂੰ ਪਹਾੜਾਂ ਤੇ ਜਾਣ ਦੀ ਆਗਿਆ ਨਾ ਮਿਲੀ ਤੇ ਉਹ ਪੁੱਤਰ ਨਾਲੋਂ ਇੱਕ ਮਿੰਟ ਵੀ ਵਿਛੜਨਾ ਨਹੀਂ ਸੀ ਚਾਹੁੰਦੀ। ਸੋ ਮਹਾਰਾਜਾ ਵੀ ਪਹਾੜਾਂ ਤੇ ਨਾ ਗਿਆ। ਮਹਾਰਾਜੇ ਨੇ ਆਪਣੀ ਮਾਤਾ ਨਾਲ ਹਿੰਦੁਸਤਾਨ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ। ਉਸਨੇ ਚਾਹਿਆ ਕਿ ਮਹਾਰਾਣੀ ਵਾਸਤੇ ਕਲਕੱਤੇ ਦੇ ਬਾਹਰ ਕੋਈ ਮਕਾਨ ਬਣਾ ਦਿੱਤਾ ਜਾਵੇ। ਉਸਨੇ ਸਰਕਾਰ ਕੋਲੇ ਵੀ ਬੇਨਤੀ ਕੀਤੀ ਕਿ ਉਹ ਮਹਾਰਾਣੀ ਦੇ ਖੋਏ ਹੋਏ ਗਹਿਣੇ ਵਾਪਸ ਕਰੇ ਤੇ ਉਸਦੇ ਗੁਜ਼ਾਰੇ ਵਾਸਤੇ ਵਾਜਬ ਪੈਨਸ਼ਨ ਦੇਵੇ। ਸਰਕਾਰ ਹਿੰਦ ਅਜੇ ਵੀ ਡਰਦੀ ਸੀ ਕਿ ਸ਼ਾਇਦ ਮਹਾਰਾਣੀ ਕਿਸੇ ਕਿਸਮ ਦੀ ਬਗਾਵਤ ਨਾ ਕਰੇ। ਇਸ ਵਾਸਤੇ ਉਸ ਦਾ ਹਿੰਦੁਸਤਾਨ ਵਿੱਚ ਆਉਣਾ ਸਰਕਾਰ ਪ੍ਰਵਾਨ ਨਹੀਂ ਕਰਦੀ। ਮਹਾਰਾਣੀ ਦੀ ਨਿੱਜੀ ਜਾਇਦਾਦ, ਗਹਿਣੇ ਤੇ ਹੀਰੇ ਜਵਾਹਰਾਤ ਸਰਕਾਰ ਦੇ ਕਬਜ਼ੇ ਵਿੱਚ ਸਨ ਤੇ ਸਰਕਾਰ ਉਹ ਹੀਰੇ ਜਵਾਹਰਾਤ ਤਦ ਤੱਕ ਵਾਪਸ ਕਰਨ ਨੂੰ ਤਿਆਰ ਨਹੀਂ ਸੀ ਜਦ ਤੱਕ ਮਹਾਰਾਣੀ ਆਪਣੀ ਰਿਹਾਇਸ਼ ਵਾਸਤੇ ਹਿੰਦੁਸਤਾਨ ਤੋਂ ਬਾਹਰ ਥਾਂ ਨਾ ਚੁਣ ਲਵੇ। ਗੌਰਮੈਂਟ ਲੰਕਾ ਟਾਪੂ ਉਸ ਵਾਸਤੇ ਤਜਵੀਜ਼ ਕਰਦੀ ਸੀ। ਬਾਕੀ ਗੱਲ ਰਹੀ ਪੈਨਸ਼ਨ ਦੀ, ਸਰਕਾਰ ਨੇ ਘੱਟ ਤੋਂ ਘੱਟ 2,000 ਤੇ ਵੱਧ ਤੋਂ ਵੱਧ 3,000 ਸਾਲਾਨਾ ਮਹਾਰਾਣੀ ਨੂੰ ਦੇਣਾ ਮੰਨਿਆ। ਉਹ ਵੀ ਇਸ ਸ਼ਰਤ ਉੱਤੇ ਕਿ ਉਹ ਆਪਣੇ ਦੇਸ਼ ਨੂੰ ਛੱਡ ਕੇ ਸ਼੍ਰੀਲੰਕਾ ਵਿੱਚ ਕੈਦ ਰਹਿਣਾ ਪ੍ਰਵਾਨ ਕਰੇ। ਮਹਾਰਾਜੇ ਨੇ ਸ਼ਰਤ ਨਾ ਮੰਨੀ ਤੇ ਮਹਾਰਾਣੀ ਨੂੰ ਵਿਲਾਇਤ ਲੈ ਜਾਣ ਦਾ ਫੈਸਲਾ ਕਰ ਲਿਆ। ਜਦੋਂ ਮਹਾਰਾਜਾ ਦਲੀਪ ਸਿੰਘ ਕਲਕੱਤੇ ਉਤਰਿਆ ਹੋਇਆ ਸੀ ਤੇ ਕੁਝ ਸਿੱਖ ਰੈਜੀਮੈਂਟਾਂ ਚੀਨ ਤੋਂ ਵਾਪਸ ਆਈਆਂ ਸਨ। ਪਤਾ ਲੱਗਣ ਉੱਤੇ ਉਹਨਾਂ ਮਹਾਰਾਜੇ ਦਾ ਹੋਟਲ ਘੇਰ ਲਿਆ ਤੇ ਆਪਣੇ ਪੁਰਾਣੇ ਬਾਦਸ਼ਾਹ ਵਾਸਤੇ ਖੁਸ਼ੀ ਤੇ ਸ਼ਰਧਾ ਪ੍ਰਗਟ ਕਰਨ ਲੱਗੇ। ਭਾਵੇਂ ਉਹ ਫੌਜੀ ਡਿਸਪਲਿਨ ਤੋਂ ਬਾਹਰ ਨਹੀਂ ਹੋਏ, ਪਰ ਉਹਨਾਂ ਦਾ ਜੋਸ਼ ਅਥਾਹ ਸੀ। ਇਹ ਵੇਖ ਕੇ ਲਾਰਡ ਕੈਨਿੰਗ ਵਾਇਸਰਾਏ ਨੇ ਮਹਾਰਾਜੇ ਨੂੰ ਕਿਹਾ ਕਿ ਹੁਣੇ ਹਿੰਦੁਸਤਾਨ ਛੱਡ ਕੇ ਵਿਲਾਇਤ ਚਲੇ ਜਾਓ। ਸੋ ਪਹਿਲੇ ਜਹਾਜ਼ ਵਿੱਚ ਹੀ ਮਹਾਰਾਜਾ ਆਪਣੀ ਮਾਂ ਸਣੇ ਵਿਲਾਇਤ ਨੂੰ ਤੁਰ ਪਿਆ। ਉਹਨੇ ਲਾਗਨ ਨੂੰ ਲਿਖਿਆ ਕਿ ਮੇਰੇ ਨੇੜੇ ਤੇੜੇ ਹੀ ਮਹਾਰਾਣੀ ਵਾਸਤੇ ਕਿਸੇ ਘਰ ਦਾ ਪ੍ਰਬੰਧ ਕਰ ਦਿਓ। ਹਿੰਦੁਸਤਾਨ ਛੱਡਣ ਲੱਗਿਆਂ ਸਰਕਾਰ ਨੇ ਮਹਾਰਾਣੀ ਦੇ ਕੁਝ ਗਹਿਣੇ ਜਵਾਹਰਾਤ ਉਸ ਨੂੰ ਮੋੜ ਦਿੱਤੇ।
ਮਹਾਰਾਣੀ ਕੁਝ ਦੇਸੀ ਨੌਕਰ ਨੌਕਰਾਣੀਆਂ ਵੀ ਨਾਲ ਲੈ ਗਈ। ਮਹਾਰਾਜੇ ਦਾ ਸ਼ੇਰ ਦਾ ਸ਼ਿਕਾਰ ਕਰਨ ਦਾ ਸ਼ੌਂਕ ਪੂਰਾ ਨਾ ਹੋਇਆ। ਇਸ ਕੰਮ ਵਾਸਤੇ ਉਹ ਜੋ ਨਵੇਂ ਢੰਗ ਦੇ ਕੀਮਤੀ ਹਥਿਆਰ ਲਿਆਇਆ ਸੀ ਐਵੇਂ ਬੇਕਾਰ ਗਏ। ਇਸ ਵੇਲੇ ਮਹਾਰਾਣੀ ਜਿੰਦ ਕੌਰ ਦੀ ਅਰੋਗਤਾ ਨਸ਼ਟ ਹੋ ਚੁੱਕੀ ਸੀ। ਉਸ ਦੇ ਮਸਾਲਾ ਵਾਂਗ ਬਲਦੇ ਰੋਹਬ ਤੇ ਸ਼ਾਹੀ ਸ਼ਾਨ ਵਾਲੇ ਨੇਤਰ ਗਰੀਬ ਦੇ ਦੀਵੇ ਵਾਂਗ ਸਦਾ ਵਾਸਤੇ ਬੁਝ ਚੁੱਕੇ ਸਨ। ਮਹਾਰਾਜਾ ਦਲੀਪ ਸਿੰਘ ਤੇ ਉਸ ਦੀ ਮਾਤਾ ਜੁਲਾਈ 1861 ਵਿੱਚ ਵਲਾਇਤ ਪੁੱਜੇ ਤੇ ਮਹਾਰਾਣੀ ਵਾਸਤੇ ਨੇੜੇ ਹੀ ਲੈਨਕੈਸਟਰ ਗੇਟ ਵਿੱਚ ਇੱਕ ਵੱਖਰਾ ਘਰ ਲੈ ਲਿਆ ਗਿਆ ਸੀ। ਨੇਪਾਲ ਵਿੱਚ ਮਹਾਰਾਣੀ ਦੀ ਅਰੋਗਤਾ ਵਿਗੜ ਗਈ ਸੀ ਤੇ ਵਲਾਇਤ ਵਿੱਚ ਜਾ ਕੇ ਵੀ ਉਹ ਠੀਕ ਨਾ ਹੋ ਸਕੀ। ਉਹਦਾ ਸਵਾਸ ਰੁਕ ਰੁਕ ਕੇ ਚੱਲਦਾ ਸੀ। ਦਲੀਪ ਸਿੰਘ ਉਹਦੀ ਛਾਤੀ ਤੇ ਲੇਟ ਜਾਂਦਾ ਤੇ ਬੱਚਿਆਂ ਵਾਂਗ ਰੋਣ ਲੱਗ ਪੈਂਦਾ। ਆਪਣੇ ਦੇਸ਼ ਤੇ ਆਪਣੇ ਸਾਕਾਂ ਸੰਬੰਧੀਆਂ ਤੋਂ ਵਿਛੜਿਆ ਹੋਇਆ ਮਹਾਰਾਜਾ ਪ੍ਰਦੇਸ਼ ਵਿੱਚ ਇਕੱਲਾ ਹੋ ਰਿਹਾ ਜਾਪਦਾ ਸੀ। ਬੁੱਝਣ ਤੋਂ ਪਹਿਲਾਂ ਦੀਵੇ ਦੀ ਲੋ ਜਰਾ ਚਮਕ ਆਉਂਦੀ। ਇਸ ਤਰ੍ਹਾਂ ਮਰਨ ਤੋਂ ਪਹਿਲਾਂ ਜਿੰਦਾ ਦੀ ਸੁਰਤ ਜਰਾ ਠੀਕ ਹੋਈ ਤਾਂ ਉਹਨੇ ਘੁੱਟ ਕੇ ਪੁੱਤਰ ਨੂੰ ਹਿੱਕ ਨਾਲ ਲਾਇਆ ਤੇ ਇੰਨਾ ਨੇੜੇ ਹੁੰਦਾ ਹੋਇਆ ਵੀ ਦਲੀਪ ਸਿੰਘ ਉਹਨੂੰ ਸੈਂਕੜੇ ਕੋਹਾਂ ਦੀ ਵਿੱਥ ਪਾਈ ਜਾ ਰਿਹਾ ਨਜ਼ਰ ਆ ਰਿਹਾ ਸੀ। ਉਹ ਆਪਣੇ ਸਰੀਰ ਦੀ ਸਾਰੀ ਸ਼ਕਤੀ ਇਕੱਠੀ ਕਰਕੇ ਹੌਲੀ ਹੌਲੀ ਬੋਲੀ, ਦਲੀਪ, ਤੂੰ ਨਹੀਂ ਜਾਣਦਾ ਕਿ ਤੇਰੇ ਬਾਰੇ ਮੇਰੇ ਦਿਲ ਵਿੱਚ ਕਿੰਨੀਆਂ ਕੁਰੀਜਾਂ ਸਨ, ਪਰ ਹਾਏ ਤਕਦੀਰ ਨੇ ਸਮੇਂ ਤੋਂ ਪਹਿਲਾਂ ਹੀ ਸਭ ਕੁਝ ਨਸ਼ਟ ਕਰ ਦਿੱਤਾ। ਤੂੰ ਮੇਰੀਆਂ ਸਾਰੀਆਂ ਸਦਰਾਂ ਪੂਰੀਆਂ ਨਹੀਂ ਕਰ ਸਕੇਂਗਾ, ਪਰ ਇੱਕ ਅਰਦਾਸ ਜ਼ਰੂਰ ਮੰਨ ਲਈ ਕਿ ਮੇਰੀ ਅਰਥੀ ਇਹ 5 ਸੇਰ ਮਿੱਟੀ ਪੰਜਾਬ ਦੀ ਮਾਨਤ ਹੈ, ਇਸ ਨੂੰ ਉੱਪਰੀ ਮਿੱਟੀ ਵਿੱਚ ਨਾ ਮਿਲਣ ਦੇਈਂ। ਜਦ ਮੇਰੇ ਸਵਾਸ ਪੂਰੇ ਹੋ ਜਾਣ ਤੇ ਮੇਰੀ ਲੋਥ ਨੂੰ ਇੱਥੋਂ ਚੁੱਕ ਲਈ, ਪੰਜਾਬ ਖਾਸ ਕਰ ਲਾਹੌਰ ਵਿੱਚ ਪਹੁੰਚ ਜਾਈਂ ਤੇ ਮੇਰੇ ਸਿਰ ਦੇ ਸਾਈਂ ਮੇਰੇ ਸਰਤਾਜ ਦੇ ਚਰਨਾਂ ਤੇ ਧਰ ਦੇਵੀਂ। ਉਸ ਵੇਲੇ ਮੇਰੀ ਰੂਹ ਬੱਦਲ ਬਣ ਕੇ ਸਮਾਨ ਤੇ ਛਾ ਰਹੀ ਹੋਵੇਗੀ। ਅੰਤ 1 ਅਗਸਤ 1863 ਨੂੰ ਜਿੰਦ ਕੌਰ ਜੀ ਨੇ ਸਵਾਸ ਤਿਆਗ ਦਿੱਤੇ। ਜਿੰਦਾਂ ਦੀ ਦੁਖੀ ਜ਼ਿੰਦਗੀ ਦਾ ਅੰਤ ਹੋ ਗਿਆ। ਇਸ ਗੱਲ ਦੀ ਲਾਗਨ ਨੂੰ ਵੀ ਤਾਰ ਦਿੱਤੀ ਗਈ। ਹੁਣ ਬਾਕੀ ਸੀ ਜਿੰਦਾਂ ਦੀ ਆਖਰੀ ਖਾਹਿਸ਼ ਪੂਰੀ। ਦਲੀਪ ਸਿੰਘ ਜਿੰਦ ਕੌਰ ਦੀ ਅਰਥੀ ਲੈ ਕੇ 1864 ਵਿੱਚ ਬੰਬਈ ਉਤਰਿਆ। ਇੱਥੋਂ ਅੱਗੇ ਦਰਿਆ ਨਰਮਦਾ ਦੇ ਕੰਢੇ ਪੁੱਜਾ ਤੇ ਉਸ ਪਵਿੱਤਰ ਪਾਣੀ ਦੇ ਕੰਢੇ ਉੱਤੇ ਚਿਖਾ ਬਣਾਈ ਗਈ ਤੇ ਮਹਾਰਾਣੀ ਦਾ ਸ਼ਰੀਰ ਅਗਨੀ ਭੇਟ ਕੀਤਾ ਗਿਆ। ਆਪਣੇ ਸਰਤਾਜ ਸ਼ੇਰੇ ਪੰਜਾਬ ਦੇ ਚਰਨਾਂ ਵਿੱਚ ਪਹੁੰਚਣ ਦੀ ਉਹਦੀ ਮਨ ਵਿੱਚ ਹੀ ਰਹਿ ਗਈ। ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਜੀ ਦੇ ਸ਼ਰੀਰ ਦਾ ਸੰਸਕਾਰ ਕਰਕੇ ਮਹਾਰਾਜਾ ਦਲੀਪ ਸਿੰਘ ਬੰਬਈ ਤੋਂ ਵਾਪਸ ਮੁੜਦਾ ਹੋਇਆ ਉਹ ਮਿਸਰ ਵਿੱਚ ਸਿਕੰਦਰੀਆ ਉਤਰਿਆ। ਸੈਰ ਕਰਦਿਆਂ ਹੋਇਆਂ ਉਸਨੇ ਮਿਸ ਬੰਬਾ ਨੂੰ ਵੇਖਿਆ ਤੇ ਉਹਦੇ ਨਾਲ ਸ਼ਾਦੀ ਕਰਨ ਦਾ ਮਹਾਰਾਜੇ ਦਲੀਪ ਸਿੰਘ ਜੀ ਨੇ ਵਿਚਾਰ ਬਣਾਇਆ। ਅੰਤ 7 ਜੂਨ 1864 ਨੂੰ ਮਹਾਰਾਜੇ ਨੇ ਬੰਬਾ ਮੂਲਰ ਨਾਲ ਸਿਕੰਦਰੀਆ ਵਿੱਚ ਹੀ ਵਿਆਹ ਕਰਵਾ ਲਿਆ। ਇਹ ਇੱਕ ਜਰਮਨ ਸੌਦਾਗਰ ਮੂਲਰ ਜਿਸ ਦੀ ਦੁਕਾਨ ਸਿਕੰਦਰੀਆ ਵਿੱਚ ਸੀ, ਉਹਨਾਂ ਦੀ ਲੜਕੀ ਸੀ ਮਿਸ ਬੰਬਾ। ਲੜਕੀ ਦੀ ਮਾਂ ਐਬੇਸ਼ੀਅਨ ਸੀ ਤੇ ਮਿਸ ਬੰਬਾ ਅਮਰੀਕਨ ਮਿਸ਼ਨ ਸਕੂਲ ਕਾਹਿਰਾ ਵਿੱਚ ਪੜ੍ਹੀ ਸੀ। ਮਹਾਰਾਜਾ ਨਵੀਂ ਮਹਾਰਾਣੀ ਨੂੰ ਲੈ ਕੇ ਆਪਣੇ ਘਰ ਐਲਵੇਡਨ ਵਿੱਚ ਪੁੱਜਾ। ਮਹਾਰਾਣੀ ਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ ਇੱਕ ਉਸਤਾਨੀ ਰੱਖ ਲਈ। ਕੁਝ ਚਿਰ ਮਹਾਰਾਜਾ ਆਪ ਵੀ ਪੜ੍ਹਾਉਂਦਾ ਰਿਹਾ। ਮਹਾਰਾਣੀ ਬੜੀ ਸ਼ਾਂਤ ਸੁਭਾਅ ਤੇ ਹੌਸਲੇ ਵਾਲੀ ਸੀ ਤੇ ਕੁਝ ਚਿਰ ਪਿੱਛੋਂ ਮਲਕਾ ਵਿਕਟੋਰੀਆ ਨੇ ਮਹਾਰਾਜੇ ਤੇ ਮਹਾਰਾਣੀ ਨੂੰ ਸ਼ਾਹੀ ਮਹਿਲਾਂ ਵਿੱਚ ਸੱਦ ਕੇ ਬੜਾ ਆਦਰ ਕੀਤਾ। ਮਹਾਰਾਜੇ ਦੇ ਘਰ 3 ਲੜਕੇ, ਸ਼ਹਿਜ਼ਾਦਾ ਵਿਕਟਰ ਦਲੀਪ ਸਿੰਘ, ਸ਼ਹਿਜ਼ਾਦਾ ਫਰੈਡਰਿਕ ਦਲੀਪ ਸਿੰਘ, ਸ਼ਹਿਜ਼ਾਦਾ ਐਡਵਰਡ ਦਲੀਪ ਸਿੰਘ ਤੇ ਇੱਕ ਲੜਕੀ ਮਿਸ ਬੰਬਾ ਦਲੀਪ ਸਿੰਘ ਮਹਾਰਾਣੀ ਬੰਬਾ ਮੂਲਰ ਵਿੱਚੋਂ ਹੋਈ ਤੇ 2 ਲੜਕੀਆਂ ਸੋਫੀਆ ਦਲੀਪ ਸਿੰਘ ਤੇ ਕੈਥੇਰਾਈਨ ਦਲੀਪ ਸਿੰਘ ਦੂਸਰੀ ਸ਼ਾਦੀ ਵਿੱਚੋਂ ਹੋਈਆਂ। ਮਹਾਰਾਜਾ ਦਲੀਪ ਸਿੰਘ ਜੀ ਇੰਗਲੈਂਡ ਵਿੱਚ ਹੀ ਆਪਣਾ ਹੱਕ ਲੈਣ ਵਾਸਤੇ, ਜੋ ਕਿਉਂਕਿ ਸਰਕਾਰ ਨੇ ਪਹਿਲਾਂ ਜੋ ਅਹਿਦਨਾਮਾ ਕੀਤਾ ਸੀ ਉਹਦੇ ਵਿੱਚ ਜੋ ਪੈਨਸ਼ਨ ਦੇਣ ਦੀ ਗੱਲ ਕਹੀ ਸੀ ਜਾਂ ਵਾਅਦਾ ਕੀਤਾ ਸੀ, ਉਹਦੇ ਤੋਂ ਸਰਕਾਰ ਮੁੱਕਰ ਰਹੀ ਸੀ ਤੇ ਮਹਾਰਾਜਾ ਦਲੀਪ ਸਿੰਘ ਕਾਫੀ ਸਮਾਂ ਇਸ ਲਈ ਵੀ ਸੰਘਰਸ਼ ਕਰਦੇ ਰਹੇ। ਪਰ ਮਹਾਰਾਜਾ ਦਲੀਪ ਸਿੰਘ ਨੂੰ ਹੁਣ ਪਤਾ ਲੱਗ ਗਿਆ ਕਿ ਜਿਨ੍ਹਾਂ ਨੂੰ ਆਪਣੇ ਸਮਝਦਾ ਸੀ ਉਹ ਕਿੰਨੇ ਬਗਾਨੇ ਨਿਕਲੇ। ਉਸ ਦੀ ਇਹ ਸਦਰ ਕਿ ਉਹ ਇੰਗਲੈਂਡ ਵਿੱਚ ਇੱਕ ਇਹੋ ਜਿਹਾ ਖਾਨਦਾਨ ਬਣਾਵੇ ਜੋ ਪੀੜ੍ਹੀਆਂ ਤੱਕ ਉਹਦੀ ਜਾਇਦਾਦ ਦਾ ਮਾਲਕ ਰਹੇ ਤੇ ਉਹਦੀ ਗਿਣਤੀ ਉੱਥੋਂ ਦੇ ਮੀਰਾਂ ਵਿੱਚ ਹੋਵੇ। ਇਹ ਸੋਚ ਵੀ ਮਹਾਰਾਜਾ ਦਲੀਪ ਸਿੰਘ ਦੀ ਮਿੱਟੀ ਵਿੱਚ ਮਿਲ ਗਈ ਤੇ ਉਸਨੇ ਫੈਸਲਾ ਕਰ ਲਿਆ ਕਿ ਇੰਗਲੈਂਡ ਦੀ ਜਾਇਦਾਦ ਵੇਚ ਕੇ ਸਣੇ ਬਾਲ ਬੱਚਿਆਂ ਦੇ ਹਿੰਦੁਸਤਾਨ ਚਲਾ ਜਾਏ। ਉਸ ਨੂੰ ਇਹ ਡਰ ਭਾਸਿਆ ਕਿ ਸ਼ਾਇਦ ਸਰਕਾਰ ਉਸ ਨੂੰ ਪੰਜਾਬ ਜਾਣ ਤੋਂ ਰੋਕੇ। ਉਹਨੇ 15 ਸਤੰਬਰ 1882 ਨੂੰ ਲਾਰਡ ਹਾਰਟਿੰਗਨ ਨੂੰ ਚਿੱਠੀ ਲਿਖੀ ਤੇ ਪੁੱਛਿਆ ਕਿ ਮੇਰੇ ਸਫ਼ਰ ਵਿੱਚ ਕੋਈ ਕਾਨੂੰਨੀ ਰੁਕਾਵਟ ਤਾਂ ਨਹੀਂ। ਤੇ
ਜਵਾਬ ਇਹ ਮਿਲਿਆ ਕਿ ਜੇ ਮਹਾਰਾਜਾ ਸਾਹਿਬ ਹਿੰਦੁਸਤਾਨ ਜਾਣਾ ਚਾਹੁੰਦਾ ਤਾਂ ਉਹਨਾਂ ਨੂੰ ਪੂਰੀ ਖੁੱਲ੍ਹ ਹੈ, ਪਰ ਜਿਵੇਂ ਪਿਛਲੀ ਵਾਰ 1861 ਵਿੱਚ ਆਪ ਹਿੰਦੁਸਤਾਨ ਗਏ ਸੀ ਤੇ ਉਸੇ ਤਰ੍ਹਾਂ ਇਹ ਜ਼ਰੂਰੀ ਹੋਵੇਗਾ ਕਿ ਵਾਇਸਰਾਏ ਦੇ ਹੁਕਮ ਅਨੁਸਾਰ ਹੀ ਕਿਤੇ ਆ ਜਾ ਸਕਣਗੇ, ਪਰ ਇਹ ਕਦੇ ਨਹੀਂ ਹੋ ਸਕੇਗਾ ਕਿ ਆਪ ਨੂੰ ਪੰਜਾਬ ਵਿੱਚ ਜਾਣ ਦੀ ਆਗਿਆ ਮਿਲ ਸਕੇ। ਹਿੰਦੁਸਤਾਨ ਜਾਣ ਦੀ ਆਗਿਆ ਮਿਲ ਗਈ। ਹੁਣ ਮਹਾਰਾਜਾ ਇੰਗਲੈਂਡ ਛੱਡਣ ਦੀਆਂ ਤਿਆਰੀਆਂ ਕਰਨ ਲੱਗਾ। ਮਹਾਰਾਜੇ ਨੇ ਆਪਣੀ ਮਾਤਾ ਨਾਲ ਸਿੱਖ ਧਰਮ ਧਾਰਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਤੇ ਉਹਦਾ ਇਰਾਦਾ ਸੀ ਕਿ ਉਹ ਦੇਸ਼ ਜਾ ਕੇ ਸ਼ਾਇਦ ਅੰਮ੍ਰਿਤਸਰ ਹੀ ਅੰਮ੍ਰਿਤ ਛਕੇ। ਇਸ ਵੇਲੇ ਉਹਦਾ ਮਨ ਬੜਾ ਡੋਲਿਆ ਹੋਇਆ ਸੀ। ਇਸ ਸਮੇਂ ਉਸ ਨੂੰ ਸਰਦਾਰ ਸੰਤ ਸਿੰਘ ਪਿੰਡ ਐਮਾ ਜ਼ਿਲ੍ਹਾ ਅੰਮ੍ਰਿਤਸਰ ਦੀ ਚਿੱਠੀ ਮਿਲੀ। ਇਹ ਸਰਦਾਰ ਸਾਹਿਬ ਮਹਾਰਾਜੇ ਦੀ ਮਾਤਾ ਜਿੰਦ ਕੌਰ ਦੀ ਭੂਆ ਦੇ ਪੁੱਤਰ ਸਨ। ਆਪਸ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੀ ਸਰਦਾਰ ਸੰਤ ਸਿੰਘ ਜੀ ਦੇ ਨਾਲ ਚਿੱਠੀਆਂ ਦੇ ਰਾਹੀਂ ਗੱਲਬਾਤ ਹੁੰਦੀ ਰਹੀ। ਇੰਗਲੈਂਡ ਤੋਂ ਹਿੰਦੁਸਤਾਨ ਵੱਲ ਮੁੜਨ ਤੋਂ ਪਹਿਲਾਂ ਮਾਰਚ ਦੇ ਅਖੀਰ 1886 ਵਿੱਚ ਮਹਾਰਾਜਾ ਸਣੇ ਪਰਿਵਾਰ ਹਿੰਦੁਸਤਾਨ ਨੂੰ ਤੁਰ ਪਿਆ। ਜਿਸ ਇੰਗਲੈਂਡ ਵਿੱਚ ਉਹ ਸਾਰੀ ਉਮਰ ਵਸਣਾ ਚਾਹੁੰਦਾ ਸੀ ਉਸ ਨੂੰ ਸਦਾ ਵਾਸਤੇ ਛੱਡ ਕੇ ਤੁਰ ਪਿਆ। ਆਪਣੇ ਅੰਗਰੇਜ਼ ਮਿੱਤਰਾਂ ਨੂੰ ਸਦਾ ਵਾਸਤੇ ਨਮਸਕਾਰ ਕੀਤੀ ਤੇ ਅੰਤ ਦੀ ਵਾਰ ਇਹ ਕਹਿੰਦਾ ਹੋਇਆ ਮਹਾਰਾਜਾ ਉਹਨਾਂ ਤੋਂ ਵਿਛੜਿਆ। ਜਿਸ ਲਈ ਆਏ ਥੇ ਸੋ ਹਮ ਕਰ ਚਲੇ, ਤੁਮ ਤੇ ਚੰਦ ਆਪਣੇ ਜ਼ਿੰਮੇ ਦਰ ਚਲੇ। दोस्तों देखा तमाशा यहाँ का बस, तुम रहो हम अब हम तो अपने घर चले। शमा की मानिंद हम इस बज़ब में चश्म तर आए थे दामन तर चले। जहाज चढ़न तो कुछ दिन पहला महाराजे ने पंजाबियों के नाम एक चिट्ठी लिखी। ये चिट्ठी 25 मार्च 1886 ਵਿੱਚ लिखी गई। मेरे प्यारे देशवासियों, ਹਿੰਦ ਵਿੱਚ ਆ ਕੇ ਵਸਣ ਦੀ ਮੇਰੀ ਕਦੇ ਇੱਛਾ ਨਹੀਂ ਸੀ, ਪਰ ਸਤਿਗੁਰ ਸਭ ਦੇ ਵਿਦਾਤਾ ਹਨ। ਉਹ ਅਸਾਂ ਸਾਰਿਆਂ ਨਾਲੋਂ ਵਧੇਰੇ ਸ਼ਕਤੀ ਵਾਲੇ ਹਨ। ਮੈਂ ਉਹਨਾਂ ਦਾ ਤੁੱਛ ਜੀਵ ਹਾਂ। ਮੇਰੀ ਇੱਛਾ ਨਾ ਹੋਣ ਤੇ ਵੀ ਉਹਨਾਂ ਦੀ ਇੱਛਾ ਨਾਲ ਇੰਗਲੈਂਡ ਛੱਡ ਕੇ ਭਾਰਤ ਵਿੱਚ ਆ ਕੇ ਸਧਾਰਨ ਰੂਪ ਵਿੱਚ ਵਸਾਂਗਾ। ਮੈਂ ਸਤਿਗੁਰੂ ਦੀ ਇੱਛਾ ਸਾਹਮਣੇ ਸਿਰ ਝੁਕਾਉਂਦਾ ਹਾਂ ਤੇ ਜੋ ਇੱਛਾ ਹੈ ਉਹੀ ਹੋਵੇਗਾ। ਖਾਲਸਾ ਜੀ, ਮੈਂ ਆਪਣੇ ਵੱਡਿਆਂ ਦਾ ਧਰਮ ਛੱਡ ਕੇ ਪਰਾਇਆ ਧਰਮ ਧਾਰਨ ਕਰਨ ਲਈ ਆਪ ਸੱਜਣਾ ਪਾਸੋਂ ਖਿਮਾ ਮੰਗਦਾ ਹਾਂ, ਪਰ ਜਿਸ ਵੇਲੇ ਮੈਂ ਈਸਾਈ ਮਤ ਧਾਰਨ ਕੀਤਾ ਸੀ ਉਦੋਂ ਮੇਰੀ ਉਮਰ ਬਹੁਤ ਛੋਟੀ ਸੀ। ਮੇਰੀ ਪ੍ਰਬਲ ਇੱਛਾ ਹੈ ਕਿ ਬੰਬਈ ਪਹੁੰਚ ਕੇ ਅੰਮ੍ਰਿਤ ਛਕਾਂਗਾ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਉਸ ਵੇਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰੋਗੇ। ਮੇਰੀ ਪ੍ਰਬਲ ਇੱਛਾ ਹੋਣ ਤੇ ਵੀ ਮੈਂ ਪੰਜਾਬ ਵਿੱਚ ਆ ਕੇ ਆਪ ਸੱਜਣਾ ਨੂੰ ਨਹੀਂ ਮਿਲ ਸਕਾਂਗਾ। ਇਸ ਕਰਕੇ ਆਪ ਲੋਕਾਂ ਨੂੰ ਇਹ ਚਿੱਠੀ ਲਿਖਣ ਵਾਸਤੇ ਲਾਚਾਰ ਹੋਇਆ ਹਾਂ। ਸਰਕਾਰ ਹਿੰਦ ਦੀ ਮਹਾਰਾਣੀ ਵਿੱਚ ਜੋ ਮੇਰੀ ਪਰਮ ਭਗਤੀ ਹੈ ਉਸ ਦਾ ਯੋਗ ਫਲ ਮੈਂ ਪਾ ਲਿਆ ਹੈ। ਸਤਿਗੁਰ ਦੀ ਇੱਛਾ ਪੂਰੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦੇਸ਼ਵਾਸੀਓ, ਮੈਂ ਤੁਹਾਡਾ ਮਾਸ ਤੇ ਲਹੂ ਦਲੀਪ ਸਿੰਘ ਹਾਂ। ਇਹ ਮਹਾਰਾਜਾ ਦਲੀਪ ਸਿੰਘ ਨੇ ਪੰਜਾਬੀਆਂ ਦੇ ਨਾਮ ਆਪਣੇ ਦੇਸ਼ ਦੇ ਵਤਨ ਦੇ ਵਾਸੀਆਂ ਦੇ ਨਾਮ ਲਿਖੀ ਸੀ। ਇਹ ਚਿੱਠੀ ਛਪਦਿਆਂ ਸਾਰੇ ਪੰਜਾਬੀਆਂ, ਖਾਸ ਕਰ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਪੰਜਾਬ ਵਿੱਚ ਖੁਸ਼ੀ ਨੂੰ ਪਚਾ ਨਾ ਸਕਿਆ। ਕਿਸੇ ਸੱਜਣ ਨੇ ਮਹਾਰਾਜੇ ਨੂੰ ਮੋੜ ਵੀ ਚਿੱਠੀ ਲਿਖ ਭੇਜੀ। ਪਿਆਰੇ ਮਹਾਰਾਜ, ਭਾਵੇਂ ਮੈਂ ਆਪ ਦੇ ਦੇਸ਼ ਵਾਸੀਆਂ ਵਿੱਚੋਂ ਇੱਕ ਗੁਮਨਾਮ ਆਦਮੀ ਹਾਂ, ਪਰ ਆਪ ਦੇ ਇੰਗਲੈਂਡ ਛੱਡਣ ਤੇ ਸਿੱਖ ਧਰਮ ਧਾਰਨ ਕਰਨ ਦੀ ਦ੍ਰਿੜ ਪ੍ਰਤੀਗਿਆ ਵੇਖ ਕੇ ਜੋ ਆਨੰਦ ਮੈਨੂੰ ਹੋਇਆ ਹੈ ਉਸ ਦਾ ਪ੍ਰਗਟ ਕਰਨਾ ਅਸੰਭਵ ਹੈ। ਸਰਕਾਰ ਅੰਗਰੇਜ਼ੀ ਨੇ ਜੋ ਅਤਿਆਚਾਰ ਆਪ ਉੱਪਰ ਕੀਤਾ ਹੈ ਉਸ ਦੇ ਬਦਲੇ ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਰੋ ਰਿਹਾ ਹੈ। ਪਿਆਰੇ ਮਹਾਰਾਜ, ਇਸ ਵੇਲੇ ਕੋਈ ਆਦਮੀ ਅਜਿਹਾ ਨਹੀਂ ਜਿਸ ਨੂੰ ਆਪ ਨਾਲ ਹਮਦਰਦੀ ਨਾ ਹੋਵੇ, ਪਰ ਸਖਣੀ ਹਮਦਰਦੀ ਨਾਲ ਅਸੀਂ ਆਪ ਦੀ ਕੀ ਭਲਾਈ ਕਰ ਸਕਦੇ ਹਾਂ। ਆਪ ਨੂੰ ਅਸੀਂ ਆਪਣੇ ਵਿੱਚ ਵੇਖ ਕੇ ਬੜੇ ਪ੍ਰਸੰਨ ਹੋਵਾਂਗੇ। ਜਦ ਗਵਰਨਮੈਂਟ ਆਪ ਨੂੰ ਸਾਰੇ ਸੁੱਖਾਂ ਤੋਂ ਵਾਂਝੇ ਰੱਖਣ ਲਈ ਤਿਆਰ ਹੈ ਤੇ ਆਪ ਨੂੰ ਆਪਣੇ ਦੇਸ਼ ਵਾਸੀਆਂ ਦੀ ਹਮਦਰਦੀ ਤੇ ਪ੍ਰੀਤ ਤੋਂ ਸ਼ਾਂਤੀ ਪ੍ਰਾਪਤ ਹੋਵੇਗੀ। ਮਹਾਰਾਜੇ ਨੂੰ ਆਪਣੇ ਦੇਸ਼ ਵਾਸੀ ਤੇ ਸ਼ੁਭ ਚਿੰਤਕ ਕਹਿ ਕੇ ਯਾਦ ਕੀਤਾ ਹੈ। ਇਸ ਨਾਲੋਂ ਵੱਧ ਕੇ ਸਾਡਾ ਹੋਰ ਕੀ ਸੁਭਾਗ ਹੋ ਸਕਦਾ ਹੈ। ਆਪ ਦੇ ਅਨੇਕਾਂ ਦੇਸ਼ ਵਾਸੀ ਆਪ ਦਾ ਸਵਾਗਤ ਕਰਨ ਲਈ ਦਿਲੋਂ ਤਿਆਰ ਹਨ, ਪਰ ਜਿਸ ਗੌਰਮੈਂਟ ਨੇ ਆਪ ਨੂੰ ਇੱਥੋਂ ਤੱਕ ਆਉਣ ਲਈ ਮਜਬੂਰ ਕਰ ਦਿੱਤਾ ਹੈ ਉਹ ਗੌਰਮੈਂਟ ਹੋਰ ਕਿਸੇ ਤਰ੍ਹਾਂ ਦੀ ਰੋਕ ਨਾ ਪਾ ਦੇਵੇ, ਇਸ ਡਰ ਸਾਨੂੰ ਲੱਗ ਰਿਹਾ ਹੈ। ਪਿਆਰੇ ਮਹਾਰਾਜ, ਆਪ ਦਾ ਵਿਸ਼ਵਾਸੀ, ਸ਼ੁਭ ਚਿੰਤਕ ਤੇ ਸੁਦੇਸ਼ੀ ਇੱਕ ਦਾਸ ਪੰਜਾਬੀ। ਇੱਕ ਸਿੱਖ ਨੇ, ਇੱਕ ਪੰਜਾਬੀ ਨੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਉੱਤਰ ਭੇਜਿਆ ਸੀ ਔਰ ਇਹਨਾਂ ਚਿੱਠੀਆਂ ਦੇ ਵਿੱਚੋਂ ਕਿੰਨਾ ਪ੍ਰੇਮ ਸੀ ਮਹਾਰਾਜਾ ਦਲੀਪ ਸਿੰਘ ਦਾ ਆਪਣੇ ਵਤਨ ਪ੍ਰਤੀ, ਆਪਣੇ ਵਤਨ ਦੇ ਲੋਕਾਂ ਪ੍ਰਤੀ, ਉਹਨਾਂ ਦੀ ਚਿੱਠੀ 'ਚੋਂ ਝਲਕਦਾ ਹੈ। ਔਰ ਉਸ ਵਕਤ ਦੇ ਜਿਹੜੇ ਸਾਡੇ ਦੇਸ਼ ਦੇ ਵਾਸੀ ਸਨ ਉਹ ਆਪਣੇ ਮਹਾਰਾਜੇ ਦੇ ਆਉਣ ਵਿੱਚ ਕਿੰਨੇ ਖੁਸ਼ ਸਨ ਔਰ ਕਿੰਨਾ ਪ੍ਰੇਮ ਕਰਦੇ ਸਨ, ਉਹਨਾਂ ਦੇ ਜਵਾਬ ਵਿੱਚੋਂ ਵੀ ਇਹ ਗੱਲ ਸਾਫ਼ ਪ੍ਰਗਟ ਹੁੰਦੀ ਹੈ।
ਮਹਾਰਾਜਾ ਦਲੀਪ ਸਿੰਘ ਦੇ ਵਲਾਇਤ ਤੋਂ ਤੁਰਨ ਤੋਂ ਹੀ ਗੌਰਮੈਂਟ ਸੋਚਾਂ ਵਿੱਚ ਪਈ ਹੋਈ ਸੀ। ਉਸ ਨੂੰ ਡਰ ਸੀ ਕਿ ਮਹਾਰਾਜੇ ਦੇ ਹਿੰਦ ਪੁੱਜਣ ਤੇ ਸਿੱਖ ਫੌਜਾਂ ਕੋਈ ਗੜਬੜ ਨਾ ਮਚਾ ਦੇਣ। ਪੰਜਾਬੀਆਂ ਦੇ ਨਾਮ ਮਹਾਰਾਜੇ ਦੀ ਚਿੱਠੀ ਤੇ ਉਸ ਦਾ ਇੱਕ ਪੰਜਾਬੀ ਵੱਲੋਂ ਜਵਾਬ ਪੜ੍ਹ ਕੇ ਗੌਰਮੈਂਟ ਘਬਰਾ ਗਈ। ਜਿਸ ਵੇਲੇ ਮਹਾਰਾਜੇ ਦਾ ਜਹਾਜ਼ ਅਦਨ ਪੁੱਜਾ, ਅਪ੍ਰੈਲ 1883 ਵਿੱਚ ਲਾਰਡ ਡਫਰਿਨ ਦੇ ਹੁਕਮ ਨਾਲ ਮਹਾਰਾਜੇ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਯਾਦ ਰਹੇ ਕਿ ਗ੍ਰਿਫਤਾਰੀ ਵਾਰੰਟ ਤੋਂ ਬਿਨਾਂ ਹੀ ਕੀਤੀ ਗਈ ਸੀ ਤੇ ਕੁਝ ਚਿਰ ਪਿੱਛੋਂ ਕਾਨੂੰਨੀ ਤੌਰ ਉੱਤੇ ਵਾਰੰਟ ਜਾਰੀ ਕੀਤਾ ਗਿਆ। ਇੱਥੇ ਮਹਾਰਾਜੇ ਨੇ ਮਲਕਾ ਨੂੰ ਇੰਗਲੈਂਡ ਵਿੱਚ ਤੇ ਵਾਇਸਰਾਏ ਨੂੰ ਹਿੰਦੁਸਤਾਨ ਵਿੱਚ ਆਪਣੀ ਗ੍ਰਿਫਤਾਰੀ ਬਾਰੇ ਤਾਰਾਂ ਦਿੱਤੀਆਂ, ਪਰ ਦੋਹਾਂ ਥਾਵਾਂ 'ਚੋਂ ਕਿਤੇ ਵੀ ਉਸ ਦੀ ਫਰਿਆਦ ਸੁਣੀ ਨਾ ਗਈ। ਹਿੰਦੁਸਤਾਨ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਹੁਣ ਉਹਦੇ ਰਹਿਣ ਵਾਸਤੇ ਹਿੰਦੁਸਤਾਨ ਜਾਂ ਇੰਗਲੈਂਡ ਵਿੱਚ ਕਿਤੇ ਵੀ ਥਾਂ ਨਹੀਂ ਸੀ। दौरे हरम में क्यों कर कदम रख सकेगा मीर, इधर तो हमसे बुत फिरे उधर खुदा फिरा। ਮਹਾਰਾਜੇ ਦੀ ਇਹ ਇੱਛਾ ਕਿ ਹਿੰਦੁਸਤਾਨ ਆਪਣੇ ਭਰਾਵਾਂ ਵਿੱਚ ਜਾ ਕੇ ਅੰਮ੍ਰਿਤ ਛਕਾਂਗਾ ਪੂਰੀ ਨਾ ਹੋਈ। ਅੰਤ ਉਸਨੇ ਅਦਨ ਵਿੱਚ ਹੀ ਅੰਮ੍ਰਿਤ ਛਕ ਲਿਆ। ਇਸ ਦਾ ਹਵਾਲਾ ਮਹਾਰਾਜਾ ਆਪ ਆਪਣੀ ਟਾਈਮਜ਼ ਆਫ ਇੰਡੀਆ ਵਿੱਚ ਛਪੀ ਚਿੱਠੀ ਵਿੱਚ ਦਿੰਦਾ ਹੈ। ਜਦ ਮੈਂ ਅਦਨ ਠਹਿਰਿਆ ਹੋਇਆ ਸੀ, ਮੈਂ ਸਿੱਖ ਧਰਮ ਧਾਰਨ ਕੀਤਾ। ਇਸੇ ਤਰ੍ਹਾਂ ਮਹਾਰਾਜੇ ਨੇ ਆਪਣੀ ਮਾਤਾ ਨਾਲ ਕੀਤਾ ਹੋਇਆ ਪ੍ਰਣ ਪੂਰਾ ਕੀਤਾ ਤੇ ਫਿਰ ਅੰਤਮ ਸਵਾਸ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਮਹਾਰਾਣੀ ਬੰਬਾ ਮੂਲਰ ਬੱਚਿਆਂ ਨੂੰ ਨਾਲ ਲੈ ਕੇ ਇੰਗਲੈਂਡ ਚਲੀ ਗਈ। ਮਹਾਰਾਜੇ ਨੇ ਉੱਥੇ ਜਾਣ ਤੋਂ ਨਾ ਕਰ ਦਿੱਤੀ। ਪਿੱਛੋਂ ਉਸ ਨੂੰ ਧੱਕੇ ਨਾਲ ਫੜ ਕੇ ਇੰਗਲੈਂਡ ਲੈ ਗਏ। ਇਸ ਵੇਲੇ ਉਹ ਗੁੱਸੇ ਨਾਲ ਆਪਣੇ ਆਪ ਤੋਂ ਬਾਹਰ ਹੋਇਆ ਸੀ। ਰੋਸ ਵਜੋਂ ਉਹਨੇ ਸਰਕਾਰ ਕੋਲੋਂ ਪੈਨਸ਼ਨ ਲੈਣੀ ਵੀ ਬੰਦ ਕਰ ਦਿੱਤੀ। ਉਸ ਵੇਲੇ ਉਹਦੇ ਦਿਲ ਵਿੱਚ ਅਨੋਖੀ ਹਾਲਤ ਹੋ ਗਈ ਸੀ। ਕਿਸੇ ਵੀ ਸ਼ਿਆਣੂ ਜਾਂ ਅਜਾਣੂ ਅੰਗਰੇਜ਼ ਨੂੰ ਵੇਖ ਕੇ ਉਹ ਕ੍ਰੋਧ ਨਾਲ ਭਰ ਜਾਂਦਾ ਸੀ। ਉਹਨੇ ਖੁੱਲ੍ਹਮ ਖੁੱਲ੍ਹਾ ਕਹਿਣਾ ਆਰੰਭ ਕਰ ਦਿੱਤਾ ਕਿ ਮੇਰੀ 11 ਸਾਲਾਂ ਦੀ ਉਮਰ ਵਿੱਚ ਅੰਗਰੇਜ਼ ਕਰਮਚਾਰੀਆਂ ਨੇ ਮੈਥੋਂ ਧੱਕੇ ਨਾਲ ਅਹਿਦਨਾਮੇ ਤੇ ਦਸਤਖਤ ਕਰਾ ਕੇ ਪੰਜਾਬ ਦਾ ਰਾਜ ਖੋਹ ਲਿਆ ਸੀ ਤੇ ਹੁਣ ਉਹ ਅਹਿਦਨਾਮਾ ਮੈਨੂੰ ਪ੍ਰਵਾਨ ਨਹੀਂ। ਇਹ ਉਹੀ ਦਲੀਪ ਸਿੰਘ ਜਿਸ ਨੇ ਇੱਕ ਵਾਰ ਆਪਣੇ ਹੱਥ ਵਿੱਚ ਕੋਹਿਨੂਰ ਲੈ ਕੇ ਬੜੀ ਖੁਸ਼ੀ ਨਾਲ ਮਲਕਾ ਨੂੰ ਮੋੜ ਦਿੱਤਾ ਸੀ ਤੇ ਇਸ ਸਮੇਂ ਇੱਕ ਦਿਨ ਮਲਕਾ ਨੂੰ ਕੋਹਿਨੂਰ ਪਹਿਨਿਆ ਹੋਇਆ ਵੇਖ ਕੇ ਉਹਦੇ ਮੂੰਹ ਤੇ ਮਹਾਰਾਜੇ ਨੇ ਉੱਚੀ ਉੱਚੀ ਆਖਣਾ ਆਰੰਭ ਦਿੱਤਾ, ਇਹ ਹੀਰਾ ਮੇਰੇ ਪਿਤਾ ਦਾ ਹੈ ਤੇ ਇਹਦੇ ਉੱਤੇ ਮਲਕਾ ਦਾ ਕੋਈ ਹੱਕ ਨਹੀਂ ਹੈ। ਹੁਣ ਅੰਗਰੇਜ਼ਾਂ ਦੇ ਦਿਲ ਵਿੱਚ ਵੀ ਮਹਾਰਾਜੇ ਵਾਸਤੇ ਘ੍ਰਿਣਾ ਹੋ ਗਈ ਸੀ। ਮਹਾਰਾਜੇ ਨੂੰ ਇਸ ਵੇਲੇ ਇੰਗਲੈਂਡ ਰਹਿਣਾ ਨਰਕਾਂ ਨਾਲੋਂ ਵੀ ਭਾਰੀ ਲੱਗ ਰਿਹਾ ਸੀ। ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਨੱਸ ਕੇ ਉਹ ਫਰਾਂਸ ਚਲਾ ਗਿਆ। ਪੈਰਿਸ ਜਾ ਕੇ ਫਰਾਂਸ ਦੇ ਵੱਡੇ ਵਜ਼ੀਰਾਂ ਨੂੰ ਮਿਲਿਆ ਤੇ ਪ੍ਰਾਰਥਨਾ ਕੀਤੀ ਕਿ ਫੌਜ ਦੀ ਮਦਦ ਨਾਲ ਮੈਨੂੰ ਹਿੰਦੁਸਤਾਨ ਵਿੱਚ ਪਾਂਡੀਚੇਰੀ ਪਹੁੰਚਾ ਦਿਓ। ਵਿਚਾਰੇ ਥਾਵੇਂ ਦਲੀਪ ਸਿੰਘ ਵਾਸਤੇ ਕੌਣ ਝਗੜਾ ਮੁੱਲ ਲੈਂਦਾ। ਫਰਾਂਸ ਦੇ ਕਰਮਚਾਰੀਆਂ ਨੇ ਬੇਨਤੀ ਮੰਨਣੋਂ ਇਨਕਾਰ ਕਰ ਦਿੱਤਾ ਕਿਉਂਕਿ ਮਹਾਰਾਜੇ ਵਾਸਤੇ ਉਹ ਅੰਗਰੇਜ਼ਾਂ ਨਾਲ ਨਹੀਂ ਵਿਗਾੜਨਾ ਚਾਹੁੰਦੇ ਸਨ। ਪੈਰਿਸ ਵਿੱਚ ਰਹਿੰਦਿਆਂ ਹੋਇਆਂ ਮਹਾਰਾਜੇ ਨੇ ਇੱਕ ਬਨੌਟੀ ਆਇਰਿਸ਼ ਨਾਮ ਰੱਖ ਕੇ ਰੂਸ ਜਾਣ ਵਾਸਤੇ ਪਾਸਪੋਰਟ ਰਾਹਦਾਰੀ ਬਣਾ ਲਿਆ। ਇੱਥੋਂ ਕਿਵੇਂ ਨਾ ਕਿਵੇਂ ਉਹ ਬਰਲਿਨ ਜਰਮਨੀ ਪੁੱਜਾ ਤੇ ਇੱਥੇ ਉਸ ਦਾ ਸਾਰਾ ਸਮਾਨ ਤੇ ਪਾਸਪੋਰਟ ਚੋਰੀ ਹੋ ਗਿਆ ਤੇ ਮੁਸੀਬਤਾਂ ਦੇ ਉੱਤੇ ਮੁਸੀਬਤਾਂ ਪੈਂਦੀਆਂ ਰਹੀਆਂ। ਬਰਲਿਨ ਤੋਂ ਦਲੀਪ ਸਿੰਘ ਨੇ ਆਪਣਾ ਅਸਲੀ ਨਾਮ ਤੇ ਸਭ ਹਾਲਾਤ ਲਿਖ ਕੇ ਮਾਸਕੋ ਗਜਟ ਦੇ ਐਡੀਟਰ ਨੂੰ ਭੇਜੇ। ਐਡੀਟਰ ਨੇ ਮਹਾਰਾਜੇ ਦਾ ਮਾਸਕੋ ਪੁੱਜਣ ਦਾ ਪ੍ਰਬੰਧ ਕਰ ਦਿੱਤਾ। ਮਹਾਰਾਜਾ ਅਪ੍ਰੈਲ 1887 ਵਿੱਚ ਮਾਸਕੋ ਪੁੱਜਾ। ਉਹਦੇ ਸਾਹਮਣੇ ਆਪਣਾ ਦੁੱਖ ਰੋਇਆ। ਉਸ ਅਫਸਰ ਰਾਹੀਂ ਮਹਾਰਾਜੇ ਨੇ ਇਸੇ ਸਾਲ ਜੂਨ ਮਹੀਨੇ ਵਿੱਚ ਮਹਾਰਾਜਾ ਮਾਸਕੋ ਦੇ ਗਵਰਨਰ ਨੂੰ ਮਿਲਿਆ ਤੇ ਉਸ ਦੇ ਸਾਹਮਣੇ ਆਪਣਾ ਦੁੱਖ ਦੱਸਿਆ। ਉਸ ਅਫਸਰ ਰਾਹੀਂ ਮਹਾਰਾਜੇ ਨੇ ਇੱਕ ਦਰਖਾਸਤ ਸੇਂਟ ਪੀਟਰਸਬਰਗ ਵਿੱਚ ਰੂਸ ਦੇ ਬਾਦਸ਼ਾਹ ਦੀ ਸੇਵਾ ਵਿੱਚ ਭੇਜੀ। ਇਸ ਵੇਲੇ ਮਹਾਰਾਜਾ ਆਪ ਨੂੰ ਇੰਗਲੈਂਡ ਦਾ ਵੱਡਾ ਵੈਰੀ ਸਮਝਦਾ ਸੀ ਤੇ ਉਸ ਨੂੰ ਆਸ ਸੀ ਕਿ ਰੂਸ ਉਸ ਦੀ ਫੌਜੀ ਮਦਦ ਕਰੇਗਾ ਤੇ ਉਹ ਫਿਰ ਪੰਜਾਬ ਦਾ ਮਾਲਕ ਬਣ ਸਕੇਗਾ। ਇਸ ਤਰ੍ਹਾਂ ਉਹ ਅੰਗਰੇਜ਼ਾਂ ਤੋਂ ਕੀਤੀਆਂ ਵਧੀਕੀਆਂ ਦਾ ਬਦਲਾ ਲੈ ਸਕੇਗਾ। ਉਹਦੇ ਦਿਲ ਵਿੱਚ ਕਈ ਆਉਂਦੀਆਂ ਸਨ। ਇਸ ਵੇਲੇ ਮਹਾਰਾਜੇ ਦੇ ਦਿਲ ਦੀ ਹਾਲਤ ਬੜੀ ਅਨੋਖੀ ਹੋਈ ਸੀ। ਇਸ ਗੱਲ ਦਾ ਪਤਾ ਉਸ ਦੇ ਹੇਠ ਲਿਖੇ ਪੱਤਰਾਂ ਤੋਂ ਲੱਗਦਾ ਹੈ ਕਿ ਜਿਸ ਲੇਡੀ ਲੱਗ ਨੂੰ ਹੱਦ ਤੋਂ ਵੱਧ ਪਿਆਰ ਕਰਦਾ ਸੀ, ਜਿਸ ਦੀ ਉਸ ਦੇ ਦਿਲ ਵਿੱਚ ਬੜੀ ਇੱਜ਼ਤ ਸੀ, ਉਸ ਨੂੰ ਲਿਖਦਾ ਹੈ ਕਿ ਦਲੀਪ ਸਿੰਘ ਨੂੰ ਹੁਣ ਕਦੇ ਵੀ ਯਾਦ ਨਾ ਕਰਨਾ, ਜਿਸ ਨੂੰ ਤੁਸੀਂ ਕਦੇ ਜਾਣਦੇ ਸੀ ਕਿਉਂਕਿ ਹੁਣ ਉਹ ਮਰ ਚੁੱਕਾ ਹੈ ਤੇ ਉਹਦੀ ਥਾਂ ਤੇ ਹੁਣ ਕੋਈ ਹੋਰ ਦਲੀਪ ਸਿੰਘ ਜਿਉਂਦਾ ਹੈ। 11 ਸਾਲਾਂ ਦੀ ਉਮਰ ਵਿੱਚ ਅੰਗਰੇਜ਼ਾਂ ਨੇ ਮੈਥੋਂ ਪੰਜਾਬ ਖੋਹ ਲਿਆ ਤੇ ਧੱਕੇ ਨਾਲ ਅਹਿਦਨਾਮੇ ਉੱਤੇ ਮੈਥੋਂ ਦਸਤਖਤ ਕਰਾ ਲਏ। ਹੁਣ ਉਹ ਅਹਿਦਨਾਮਾ ਮੈਨੂੰ ਪ੍ਰਵਾਨ ਨਹੀਂ। ਮੈਂ ਸੁਤੰਤਰ ਬਾਦਸ਼ਾਹ ਵਾਂਗੂ ਰੂਸ ਦੀਆਂ ਫੌਜਾਂ ਦੀ ਮਦਦ ਨਾਲ ਆਪਣਾ ਰਾਜ ਵਾਪਸ ਲੈਣ ਵਾਸਤੇ ਹਿੰਦੁਸਤਾਨ ਵੱਲ ਆਉਣ ਵਾਲਾ ਹਾਂ। ਇਸ ਤਰ੍ਹਾਂ ਦੀਆਂ ਚਿੱਠੀਆਂ ਉਹਨਾਂ ਨੇ ਇੰਗਲੈਂਡ ਵੱਲ ਵੀ ਲਿਖੀਆਂ।
ਨਾਲ ਹੀ ਉਸਨੇ 25 ਕਰੋੜ ਹਿੰਦੁਸਤਾਨੀਆਂ ਕੋਲ ਧਨ ਦੀ ਸਹਾਇਤਾ ਵਾਸਤੇ ਵੀ ਬੇਨਤੀ ਕੀਤੀ ਕਿ ਇੱਕ ਪੰਜਾਬੀ ਇੱਕ ਆਨਾ ਜੀ ਪ੍ਰਤੀ ਤੇ ਬਾਕੀ ਹਰ ਇੱਕ ਹਿੰਦੁਸਤਾਨੀ ਇੱਕ ਪੈਸਾ ਜੀ ਪ੍ਰਤੀ ਮਾਹਵਾਰ ਦੇਵੇ। ਲੋਕ ਬਾਜ਼ਾਰਾਂ ਵਿੱਚ ਬੈਠਿਆਂ ਮੰਗਤਿਆਂ ਨੂੰ ਪੈਸਾ ਦੇ ਸਕਦੇ ਹਨ, ਪਰ ਬੇਵਤਨ ਤੇ ਗਰੀਬ ਮਹਾਰਾਜੇ ਨੂੰ ਇੱਕ ਪੈਸਾ ਨਾ ਦੇ ਸਕੇ। ਉਸ ਵੇਲੇ ਉਹ ਬੜਾ ਦੁਖੀ ਸੀ, ਢਿੱਡੋਂ ਭੁੱਖਾ ਤੇ ਜੇਬੋਂ ਖਾਲੀ ਉਹ ਮਾਸਕੋ ਰੂਸ ਦੇ ਬਾਜ਼ਾਰਾਂ ਵਿੱਚ ਫਿਰ ਰਿਹਾ ਸੀ। ਮੰਗਣਾ ਉਸ ਨੂੰ ਆਉਂਦਾ ਨਹੀਂ ਸੀ ਤੇ ਆਪਣੇ ਆਪ ਦੇਣ ਵਾਲਾ ਕੋਈ ਹੈ ਨਹੀਂ ਸੀ। ਜਿਨ੍ਹਾਂ ਸਦਾ ਪੁੱਠਾ ਹੱਥ ਕਰਨਾ ਸਿੱਖਿਆ ਹੋਵੇ ਉਹਨਾਂ ਵਾਸਤੇ ਸਿੱਧਾ ਹੱਥ ਅੱਡਣਾ ਮੌਤ ਨਾਲੋਂ ਵੀ ਔਖਾ ਹੁੰਦਾ ਹੈ। ਉਹ ਦੁਖੀਏ ਦਲੀਪ ਸਿੰਘ, ਤੇਰੀ ਕਿਸਮਤ ਵਿੱਚ ਇਹ ਦਿਨ ਵੀ ਵੇਖਣੇ ਲਿਖੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰ ਵਿੱਚ ਜਨਮ ਲੈ ਕੇ ਤੇ ਪੰਜਾਬ ਦਾ ਮਹਾਰਾਜਾ ਹੋ ਕੇ ਅੱਜ ਤੂੰ ਰੂਸ ਵਿੱਚ ਪੈਸੇ ਨੂੰ ਭਟਕਦਾ ਫਿਰ ਰਿਹਾ ਹੈ। ਤੇਰਾ ਹੀ ਦਿਲ ਹੈ ਕਿ ਤੂੰ ਕੋਹਿਨੂਰ ਭੇਟਾ ਕਰ ਦੇਵੇਂ, ਪਰ ਤੇਰੇ ਹੱਥ ਉੱਤੇ ਅੱਜ 4 ਕੌਡੀਆਂ ਧਰਨ ਵਾਲਾ ਵੀ ਕੋਈ ਨਹੀਂ ਸੀ। ਨਾ ਜਾਣਾ ਬਾਦਸ਼ਾਹਾਂ ਨੂੰ ਭਿਖਾਰੀ ਬਣਾ ਕੇ ਤਕਦੀਰ ਦੇ ਹੱਥ ਕੀ ਆਉਂਦਾ ਹੈ। ਬੁਰੀ ਕਿਸਮਤ ਨੇ ਸਭ ਕੁਝ ਕਰ ਵਿਖਾਇਆ, ਪਰ ਤੇਰੀ ਪਦਵੀ ਤੈਥੋਂ ਨਾ ਖੋ ਸਕੀ। ਕਦੇ ਤੂੰ ਪੰਜਾਬ ਦੇ ਸ਼ੇਰਾਂ ਦਾ ਬਾਦਸ਼ਾਹ ਸੈਂ, ਅੱਜ ਦੁਨੀਆ ਦੇ ਬਰਬਾਦ ਹੋਇਆਂ ਦਾ ਸਿਰਤਾਜ ਹੈ। ਜਦ ਕਿਸੇ ਦੇ ਦੁੱਖ ਬਣਦੇ ਨੇ ਹੱਦੋਂ ਟੱਪ ਜਾਂਦੇ ਨੇ। ਭਾਗਾਂ ਦੇ ਚਿੱਟੇ ਦਿਨ ਵਿੱਚ ਜੋ ਪਰਛਾਵੇਂ ਪੈਰਾਂ ਹੇਠ ਆਸਰਾ ਲੈਂਦੇ ਨੇ, ਬਦਕਿਸਮਤੀ ਦੀਆਂ ਕਾਲੀਆਂ ਰਾਤਾਂ ਵਿੱਚ ਉਹ ਸਿਰ ਉੱਤੇ ਛਾਂ ਜਾਂਦੇ ਨੇ। ਮਹਾਰਾਜੇ ਦੇ ਟੁੱਟੇ ਦਿਲ ਉੱਤੇ ਇੱਕ ਹੋਰ ਬੜੀ ਮਾਰੂ ਸੱਟ ਵੱਜੀ। 15 ਦਸੰਬਰ 1887 ਨੂੰ ਮਹਾਰਾਣੀ ਬੰਬਾ ਮੂਲਰ ਮਹਾਰਾਜਾ ਦਲੀਪ ਸਿੰਘ ਦੀ ਧਰਮ ਪਤਨੀ ਲੰਡਨ ਵਿੱਚ ਚਲਾਣਾ ਕਰ ਗਈ। ਜਿਸ ਵੇਲੇ ਉਹਦੀ ਮੌਤ ਦੀ ਖਬਰ ਮਹਾਰਾਜੇ ਨੂੰ ਰੂਸ ਵਿੱਚ ਪੁੱਜੀ, ਉਹਦਾ ਹੌਸਲਾ ਅਸਲੋਂ ਜਾਂਦਾ ਰਿਹਾ। ਕੱਲ ਤੱਕ ਤਾਂ ਇੱਕ ਦਿਲ ਉਹਦੀਆਂ ਦੁੱਖ ਸੁੱਖ ਦੀਆਂ ਸੁਣਨ ਵਾਲਾ ਉਹਦੇ ਕੋਲ ਸੀ, ਪਰ ਅੱਜ ਉਹ ਵੀ ਨਾ ਰਿਹਾ। ਉਹਦੇ ਦਿਲ ਵਿੱਚੋਂ ਆਹੀ ਵਰੋੜੇ ਬਣ ਕੇ ਸ਼ਬਦਾਂ ਦਾ ਰੂਪ ਧਾਰ ਕੇ ਨਿਕਲ ਰਹੀਆਂ ਸਨ। ਨਹੀਂ ਕੋਈ ਦੋਸਤ ਆਪਣਾ, यार अपना, मेहरबां अपना, सुनाऊं किसको गम अपना, अलम अपना, ब्याह अपना। उधरों रूस वालों भी सहायता की आस टुट गई। ना तो उत्थों दे बादशाह ने मिलना प्रवान किया, ना तो उत्थों दे बादशाह ने मिलना प्रवान किया, ते ना ही महाराजे की बेनती पत्र वाल कोई ध्यान दिता। अंग्रेज़ों तो बदला लैण की तड़फ महाराजे दे दिल विच ही रह गई। 2 साल वो इधर दे मुल्कां विच भटकदा रहा ਤੇ ਫਿਰ 1890 ਵਿੱਚ ਪੈਰਿਸ ਫਰਾਂਸ ਵਿੱਚ ਆ ਗਿਆ। ਇਸ ਵੇਲੇ ਉਸ ਦੀ ਅਰੋਗਤਾ ਉਸ ਦਾ ਸਾਥ ਛੱਡ ਰਹੀ ਸੀ। ਮਹਾਰਾਜੇ ਦਾ ਵੱਡਾ ਲੜਕਾ ਪਿਤਾ ਦੀ ਬਿਮਾਰੀ ਸੁਣ ਕੇ ਪੈਰਿਸ ਪੁੱਜਾ। ਪਿਓ ਪੁੱਤਰ ਵਿੱਚ ਕੀ ਗੱਲਾਂ ਹੋਈਆਂ ਇਸ ਬਾਰੇ ਸਿਰਫ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਹਾਂ, ਇਹ ਪ੍ਰਗਟ ਹੈ ਕਿ ਪੁੱਤਰ ਦੀ ਬੇਨਤੀ ਮੰਨ ਕੇ ਤੇ ਉਸ ਦੀ ਆਉਣ ਵਾਲੀ ਜ਼ਿੰਦਗੀ ਤੇ ਤਰਸ ਖਾ ਕੇ ਬਾਗੀ ਪਿਤਾ ਅੰਗਰੇਜ਼ ਮਲਕਾ ਕੋਲੋਂ ਮਾਫੀ ਮੰਗਣ ਲਈ ਵੀ ਤਿਆਰ ਹੋ ਗਿਆ। ਆਸ ਤਾਂ ਨਹੀਂ ਸੀ, ਪਰ ਮਲਕਾ ਨੇ ਮਹਾਰਾਜੇ ਨੂੰ ਮਾਫ ਕਰ ਦਿੱਤਾ। ਇਹ ਸਾਰੀ ਘਟਨਾ ਦਾ ਹਾਲ ਮਹਾਰਾਜਾ ਲੇਡੀ ਲਾਗਨ ਨੂੰ ਲਿਖਦਾ ਹੈ। ਇਸੇ ਸਾਲ ਦੇ ਅਗਸਤ ਵਿੱਚ ਮਹੀਨੇ ਵਿੱਚ ਇੰਗਲੈਂਡ ਵਿੱਚ ਐਲਵੇਡਨ ਗਿਆ। ਉੱਥੇ ਉਹਦੀ ਪੁਰਾਣੀ ਪਿਆਰੀ ਉਸ ਦੀ ਮਹਾਰਾਣੀ ਬੰਬਾ ਉਹਦੀ ਉਡੀਕ ਵਿੱਚ ਸੁੱਤੀ ਪਈ ਸੀ ਤੇ ਮਹਾਰਾਜਾ ਉਸ ਸਤਵੰਤੀ ਦੇਵੀ ਦੀ ਕਬਰ ਤੇ ਬੈਠਾ ਅੱਖਾਂ ਦੇ ਮੋਤੀ ਰੋੜ ਰਿਹਾ ਸੀ। ਪਰ ਕੀ ਇਸ ਤਰ੍ਹਾਂ ਉਹਦੇ ਅੰਦਰ ਦੀ ਲੱਗੀ ਬੁਝ ਸਕਦੀ ਸੀ? मुमकिन नहीं कि दिल की लगी आग बुझ सके, सो बार इसको दीदार तर से बुझा के देख। इसे समय महाराजे का छोटा लड़का एडवर्ड चढ़ाई कर गया ते महारानी बंबा दे खब्बे हथ दफनाया गया। रो धो के कुछ दिल हौला करके महाराजा फिर पैरिस चला गया ते मौत की उड़ीक करन लगा। इन्हां असह गमां ते भार हेठ ਉਸ ਦੀ ਆਤਮਾ ਕੁਚਲੀ ਗਈ। ਆਤਮਿਕ ਦੁੱਖ ਦਾ ਅਸਰ ਸਰੀਰ ਤੇ ਵੀ ਹੋ ਗਿਆ। ਮਹਾਰਾਜਾ ਬਿਮਾਰ ਪੈ ਗਿਆ। ਅੰਤ ਵਿੱਚ ਇਸ ਰੋਗ ਨੇ ਬੜਾ ਭਿਆਨਕ ਰੂਪ ਧਾਰ ਲਿਆ ਤੇ ਡਾਕਟਰਾਂ ਨੇ ਦੱਸਿਆ ਕਿ ਤਪਾਦਿਕ ਹੋ ਗਿਆ ਹੈ। ਆਪਣੇ ਪਿਤਾ ਦੀ ਸੇਵਾ ਵਾਸਤੇ ਮਹਾਰਾਜੇ ਦਾ ਜਿੱਠਾ ਪੁੱਤਰ ਵਿਕਟਰ ਦਲੀਪ ਸਿੰਘ ਪੈਰਿਸ ਆ ਗਿਆ। ਉਹਨੇ ਜ਼ੋਰ ਲਾਇਆ ਕਿ ਮਹਾਰਾਜਾ ਇੰਗਲੈਂਡ ਵਿੱਚ ਐਲਵੇਡਨ ਚੱਲੇ, ਪਰ ਮਹਾਰਾਜਾ ਨਾ ਮੰਨਿਆ। ਮਹਾਰਾਜਾ ਉਹਨਾਂ ਲੋਕਾਂ ਦੇ ਦੇਸ਼ ਨਹੀਂ ਸੀ ਮਰਨਾ ਚਾਹੁੰਦਾ ਜਿਨ੍ਹਾਂ ਨੇ ਮਿੱਤਰ ਬਣ ਕੇ ਉਹਦੇ ਨਾਲ ਇੰਨਾ ਵੱਡਾ ਧਰੋਹ ਕੀਤਾ। ਮਹਾਰਾਜਾ ਹੁਣ ਮੌਤ ਦੀ ਉਡੀਕ ਕਰ ਰਿਹਾ ਸੀ। ਮੌਤ ਆਉਂਦੀ, ਮਹਾਰਾਜੇ ਦੀ ਕੁੰਡੀ ਖੜਕਾਉਂਦੀ, ਪਰ ਜਦੋਂ ਉਹ ਮੌਤ ਦੇ ਸਵਾਗਤ ਵਾਸਤੇ ਉੱਠ ਕੇ ਬੂਹਾ ਖੋਲ੍ਹਦਾ, ਉਹ ਪਰਤ ਗਈ ਹੁੰਦੀ ਸੀ। ਕਰੂ ਮੈਂ ਵਾਦਾ ਖਿਲਾਫੀ ਕਾ ਸ਼ਿਕਵਾ ਕਿਸ ਕਿਸਸੇ, ਅਜ਼ਲ ਵੀ ਰਹਿ ਗਈ ਜ਼ਾਲਮ ਸੁਣਾ ਕੇ ਆਨੇ ਕੀ। ਕਦੇ 4 ਦਿਨ ਹਾਲਤ ਜਰਾ ਚੰਗੀ ਹੋ ਜਾਂਦੀ ਤੇ ਕਦੇ 10 ਦਿਨ ਉਸ ਨਾਲੋਂ ਵੀ ਪੈੜੀ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ।
ਪਰ ਇਸ ਸਮੇਂ ਦੀਆਂ ਘੜੀਆਂ ਸਾਲਾਂ ਨਾਲੋਂ ਵੀ ਲੰਮੀਆਂ ਹੋ ਗਈਆਂ। ਅੰਤ ਥੱਕੇ ਹੋਏ ਰਾਹੀ ਦਾ ਪੜਾ ਨੇੜੇ ਆਉਣ ਲੱਗਾ। ਹੁਣ ਮੌਤ ਬਿਲਕੁਲ ਨੇੜੇ ਪਾਸਣ ਲੱਗੀ। ਦਲੀਪ ਸਿੰਘ ਦੀ ਮੌਤ ਨਾ ਬਾਦਸ਼ਾਹ ਵਰਗੀ ਸੀ, ਨਾ ਫਕੀਰਾਂ ਵਰਗੀ। ਫਕੀਰ ਦੀ ਮੌਤ ਤਕੀਏ ਤੇ ਧੂਏ ਉੱਤੇ ਹੁੰਦੀ ਹੈ ਤੇ ਬਾਦਸ਼ਾਹ ਦੀ ਸ਼ਾਹੀ ਤਖਤ ਉੱਤੇ, ਪਰ ਦਲੀਪ ਸਿੰਘ ਦੀ ਕਿਵੇਂ ਹੋਈ? ਇਸ ਵੇਲੇ ਮਹਾਰਾਜੇ ਦੀਆਂ ਅੱਧ ਖੁੱਲੀਆਂ ਅੱਖਾਂ ਵਿੱਚ ਸਾਰੀ ਦੁਨੀਆ ਘੁੰਮ ਰਹੀ ਸੀ। ਉਹਦੇ ਛੋਟੇ ਜਿਹੇ ਦਿਲ ਵਿੱਚ ਜ਼ਮਾਨੇ ਭਰ ਦੇ ਖਿਆਲ ਚੱਕਰ ਲਾ ਰਹੇ ਸਨ। ਉਸ ਨੂੰ ਬੀਤਿਆ ਬਚਪਨ ਯਾਦ ਆਉਂਦਾ। ਉਹ ਪੰਜਾਂ ਪਾਣੀਆਂ ਵਾਲਾ ਦੇਸ਼, ਉਹ ਪੰਜਾਬ ਤੇ ਸ਼ੇਰ ਦਾ ਤਖਤ। ਕਦੇ ਉਹਦੀ ਰੂਹ ਲਾਹੌਰ ਦੇ ਸ਼ਾਹੀ ਮਹਿਲ ਵਿੱਚ ਤੇ ਕਦੇ ਸ਼ਾਲਾਮਾਰ ਬਾਗ ਦੇ ਚਰਨਿਆਂ ਵਿੱਚ ਹੁੰਦੀ। ਜਦੋਂ ਕਿਤੇ ਫਿਰਦਾ ਫਿਰਦਾ ਉਹ ਪਿਤਾ ਦੀ ਸਮਾਧ ਤੇ ਪੜਦਾ ਤਾਂ ਉਹਦੇ ਭਰੇ ਹੋਏ ਨੇਤਰ ਡੁੱਲ ਪੈਂਦੇ। ਹੁਣ ਉਸ ਦੀ ਹੋਸ਼ ਬੇਹੋਸ਼ੀ ਵਿੱਚ ਬਦਲਣ ਲੱਗੀ, ਪਰ ਗੁੰਮ ਹੋਈ ਸੁਰਤ ਅਜੇ ਵੀ ਉਸੇ ਟਿਕਾਣੇ ਟਿਕੀ ਹੋਈ ਸੀ। ਉਹਦਾ ਖੱਬਾ ਹੱਥ ਮੁੜ ਸੱਜੇ ਡੌਲੇ ਉੱਤੇ ਜਾਂਦਾ। ਉਹ ਬੜੇ ਧਿਆਨ ਨਾਲ ਡੌਲੇ ਉੱਤੇ ਕੁਝ ਟੋਹ ਰਿਹਾ ਸੀ। ਜਿਸ ਦੀ ਮਹਾਰਾਜਾ ਭਾਲ ਕਰ ਰਿਹਾ ਸੀ ਉਹ ਕੋਹਿਨੂਰ ਹੀਰਾ ਸੀ। ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਇਹ ਮੌਤ ਤੇ ਜ਼ਿੰਦਗੀ ਦਾ ਘੋਲ ਘੁਲ ਰਿਹਾ ਸੀ, ਪਰ ਦੁਨੀਆ ਭਰ ਵਿੱਚ ਅਨੋਖਾ ਘੋਲ। ਜ਼ਿੰਦਗੀ ਮੌਤ ਕੋਲੋਂ ਹਾਰ ਮੰਨ ਕੇ ਮੈਦਾਨ ਛੱਡ ਕੇ ਨੱਸਣਾ ਚਾਹੁੰਦੀ ਸੀ, ਪਰ ਮੌਤ ਉਸ ਨੂੰ ਨੱਸਣ ਦੀ ਆਗਿਆ ਨਹੀਂ ਸੀ ਦਿੰਦੀ। ਇਸ ਤਰ੍ਹਾਂ ਮਹਾਰਾਜੇ ਦੀ ਜਾਨ ਲੁੱਛ ਰਹੀ ਸੀ ਤੇ ਅੰਤ ਜਿਸ ਦੁਖੀ ਦਲੀਪ ਸਿੰਘ ਉੱਤੇ ਦੁਨੀਆ ਵਿੱਚ ਕਿਸੇ ਨੂੰ ਤਰਸ ਨਹੀਂ ਆਇਆ, ਉਸ ਤੇ ਮੌਤ ਨੂੰ ਤਰਸ ਆ ਗਿਆ। ਉਸ ਨੇ ਮਹਾਰਾਜੇ ਨੂੰ ਮਾਂ ਵਾਂਗ ਗੋਦ ਵਿੱਚ ਲੈ ਲਿਆ ਤੇ ਉਹਦੇ ਦੁੱਖਾਂ ਤੇ ਦਰਦਾਂ ਦਾ ਅੰਤ ਕਰ ਦਿੱਤਾ। 23 ਅਕਤੂਬਰ 1893 ਈਸਵੀ ਨੂੰ ਮਹਾਰਾਜੇ ਦੀ ਰੂਹ ਇਸ ਦੇਸ਼ ਨੂੰ ਛੱਡ ਕੇ ਅਗਲੀ ਦੁਨੀਆ ਦੇ ਵਿੱਚ ਰੱਬੀ ਅਦਾਲਤ ਅੰਦਰ ਇਨਸਾਫ ਲਈ ਫਰਿਆਦ ਕਰਨ ਵਾਸਤੇ ਚਲੀ ਗਈ। 55 ਸਾਲ 1 ਮਹੀਨਾ ਤੇ 20 ਦਿਨ ਦੀ ਉਮਰ ਭੋਗ ਕੇ ਮਹਾਰਾਜਾ ਦਲੀਪ ਸਿੰਘ ਸੱਚੀ ਦਰਗਾਹ ਵਿੱਚ ਜਾ ਵਸਿਆ। ਇੱਥੋਂ ਮਹਾਰਾਜੇ ਦੀ ਅਰਥੀ ਇੰਗਲੈਂਡ ਪਹੁੰਚਾਈ ਗਈ। ਮਲਕਾ ਵਿਕਟੋਰੀਆ, ਪ੍ਰਿੰਸ ਆਫ ਵੇਲਸ, ਫਰਾਂਸ ਦਾ ਵੱਡਾ ਵਜ਼ੀਰ ਆਦਿ ਵੱਡਿਆਂ ਬੰਦਿਆਂ ਨੇ ਮਹਾਰਾਜੇ ਦੀ ਅਰਥੀ ਸਜਾਉਣ ਵਾਸਤੇ ਮਾਤਮ ਵਜੋਂ ਫੁੱਲਾਂ ਦੀਆਂ ਮਾਲਾਂ ਭੇਜੀਆਂ। ਇਨ੍ਹਾਂ ਸ਼ਿਬਲੀ ਦੇ ਫੁੱਲਾਂ ਦੇ ਭਾਰ ਹੇਠ ਮਹਾਰਾਜੇ ਦੀ ਰੂਹ ਸਗੋਂ ਹੋਰ ਤੜਫ ਉੱਠੀ। ਅੰਤ ਆਪਣੇ ਪਿਆਰੇ ਘਰ ਐਲਵੇਡਨ ਮਹਿਲ ਦੇ ਨੇੜੇ ਗਿਰਜੇ ਦੇ ਕਬਰਸਤਾਨ ਅੰਦਰ 29 ਅਕਤੂਬਰ 1893 ਨੂੰ ਮਹਾਰਾਜਾ ਆਪਣੀ ਪ੍ਰਾਣ ਪਿਆਰੀ ਮਹਾਰਾਣੀ ਬੰਬਾ ਮੂਲਰ ਦੇ ਲਾਗੇ ਦਫਨਾ ਦਿੱਤਾ ਗਿਆ। बरसों रहा जिनके सर पर छत्र जरी, तुरबत पे ना उनकी शामियाना देखा। इस तरह महाराजा दलीप सिंह जी बड़ा संघर्षमय जीवन बतीत करके 55 साल की उम्र विच दुनिया दे विचों रुखसत हो गए। और जिन्हां दा पूरे जीवन का संघर्ष जिसी वलायत विच जाके इंग्लैंड विच जाके वसन तो देखते हैं ਤੇ ਉਹਨਾਂ ਦਾ ਸੰਘਰਸ਼ ਇਸ ਗੱਲ ਲਈ ਹੀ ਰਿਹਾ ਕਿ ਮੈਂ ਆਪਣੇ ਵਤਨ ਪੰਜਾਬ ਵੱਲ ਵਾਪਸ ਪਰਤ ਸਕਾਂ, ਮੈਂ ਆਪਣੇ ਪੰਜਾਬ ਦੇ ਰਾਜ ਭਾਗ ਨੂੰ ਸੰਭਾਲ ਸਕਾਂ, ਮੈਂ ਆਪਣੇ ਵਤਨ ਦੀ ਮਿੱਟੀ ਵਿੱਚ ਜਾ ਕੇ ਮਰ ਸਕਾਂ ਔਰ ਉਸ ਮਿੱਟੀ ਵਿੱਚ ਜਾ ਕੇ ਮਿਲ ਸਕਾਂ। ਇਹ ਆਸ ਨਾ ਮਹਾਰਾਣੀ ਜਿੰਦ ਕੌਰ ਦੀ ਪੂਰੀ ਹੋ ਸਕੀ ਤੇ ਨਾ ਹੀ ਮਹਾਰਾਜਾ ਦਲੀਪ ਸਿੰਘ ਜੀ ਦੀ ਪੂਰੀ ਹੋ ਸਕੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਉਹ ਵਿਸ਼ਾਲ ਰਾਜ, ਉਹ ਪੰਜਾਬ ਦਾ ਰਾਜ, ਉਹ ਪੰਜਾਬ ਦੀ ਧਰਤੀ ਜੋ ਦੁਬਾਰਾ ਕਦੇ ਮਹਾਰਾਜਾ ਦਲੀਪ ਸਿੰਘ ਨੂੰ ਪ੍ਰਾਪਤ ਨਾ ਹੋ ਸਕੀ। ਬਚਪਨ ਦੀ ਉਮਰ ਤੋਂ ਹੀ ਉਹਨਾਂ ਨੂੰ ਇਸ ਪੰਜਾਬ ਤੋਂ ਦੂਰ ਕੀਤਾ ਗਿਆ ਔਰ ਸਾਰੀ ਜ਼ਿੰਦਗੀ ਉਹ ਵਿਦੇਸ਼ਾਂ ਦੀ ਧਰਤੀ ਤੇ ਵਾਪਸ ਮੁੜਨ ਨੂੰ ਤਰਸਦੇ ਰਹੇ, ਪਰ ਵਾਪਸ ਨਾ ਮੁੜ ਸਕੇ। ਸੋ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਦੇ ਰਾਹੀਂ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਬਾਰੇ ਸਾਨੂੰ ਬਹੁਤ ਕੁਝ ਜਾਣਨ ਵਾਸਤੇ ਮਿਲਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।